ਜਿਹੜੇ ਅੱਜ ਆਪਣੇ ਆਪ ਨੂੰ ਕਹਿੰਦੇ ਆ ਨਾ ਕਿ ਅਸੀਂ ਬੜੇ ਖੁੱਲੇ ਵਿਚਾਰਾਂ ਦੇ ਲਿਬਰਲ ਲੋਕ ਆ। ਅਸੀਂ ਲਿਬਰਲ ਸਿਰਫ ਉਦੋਂ ਤੱਕ ਆ ਜਦੋਂ ਤੱਕ ਸਾਹਮਣੇ ਵਾਲਾ ਸਾਡੀ ਗੱਲ ਨਾਲ ਸਹਿਮਤ ਆ। ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਦੇ ਅਗੇਂਸਟ ਕੋਈ ਆਰਗੂਮੈਂਟ ਦਿੰਦੇ ਆ, ਉਹ ਆਪਣੀ ਸੀਮਾ ਚੋਂ ਵੀ ਬਾਹਰ ਨਿਕਲ ਜਾਂਦੇ ਆ। ਉਦੋਂ ਉਹਨਾਂ ਦਾ ਲਿਬਰਲਿਜ਼ਮ ਕਿੱਥੇ ਜਾਂਦਾ ਆ। ਬੇਸਿਕਲੀ ਪ੍ਰੋਬਲਮ ਕੀ ਆ ਕਿ ਚਾਹੇ ਕੋਈ ਲਿਬਰਲ ਆ, ਚਾਹੇ ਕੋਈ ਆਸਤਕ ਆ, ਚਾਹੇ ਕੋਈ ਨਾਸਤਕ ਆ, ਹਰ ਕੋਈ ਆਪੋ ਆਪਣੀ ਵਿਚਾਰਧਾਰਾ ਨੂੰ ਆਪਣੀ ਆਈਡੈਂਟਿਟੀ ਸਮਝਦਾ ਆ। ਸਾਡੀ ਪ੍ਰੋਬਲਮ ਕੀ ਆ ਸਿੱਖਾਂ ਦੀ ਕਿ ਅਸੀਂ ਪੋਲੀਟੀਕਲ ਕਰੈਕਟਨੈਸ ਦੇ ਵਿੱਚ ਬਹੁਤ ਫਸ ਗਏ ਆ। ਸਾਨੂੰ ਲੱਗਦਾ ਆ ਕਿ ਅਸੀਂ ਉਹ ਗੱਲ ਕਰੀਏ ਜਿਹੜੀ ਮੈਜੋਰਿਟੀ ਕਰਦੀ ਆ। ਬ੍ਰਿਟੇਨ ਨੇ ਪੂਰੀ ਦੁਨੀਆ ਉੱਤੇ ਰਾਜ ਇਸੇ ਬਾਈਨਰੀ ਨੂੰ ਕੰਸਟਰਕਟ ਕਰਕੇ ਕੀਤਾ ਕਿ ਅਸੀਂ ਮਾਡਰਨ ਆ, ਤੁਸੀਂ ਆਰਥੋਡਾਕਸ ਹੋ, ਅਸੀਂ ਚੰਗੇ ਲੋਕ ਆ, ਤੁਸੀਂ ਬਾਰਬੇਰੀਅਸ ਲੋਕ ਹੋ। ਇਸੇ ਜਿਹੜਾ ਨਾ ਉਹ ਦੋ ਬਾਈਨਰੀਜ਼ ਵਿੱਚ ਵੰਡ ਕੇ ਲੋਕਾਂ ਦੇ ਉੱਤੇ ਰਾਜ ਕੀਤਾ। ਜਿੱਥੇ ਦਰਬਾਰ ਦੀ ਗੱਲ ਆਊਗੀ ਉੱਥੇ ਰਾਜੇ ਦੀ ਗੱਲ ਆਊਗੀ, ਉੱਥੇ ਰਾਜ ਦੀ ਗੱਲ ਆਊਗੀ। ਹੁਣ ਦਰਬਾਰ ਹੋਊਗਾ ਤਾਂ ਰਾਜੇ ਵੀ ਹੋਣਗੇ ਤੇ ਮਹਾਰਾਜੇ ਔਰ ਉਹਨਾਂ ਦਾ ਰਾਜ ਵੀ ਹੋਊਗਾ। ਪਰ ਜਦੋਂ ਆਪਾਂ ਉਸੇ ਹੀ ਦਰਬਾਰ ਨੂੰ ਗੋਲਡਨ ਟੈਂਪਲ ਬਣਾ ਲਿਆਂਗੇ ਤਾਂ ਫਿਰ ਉਹ ਸਿਰਫ ਟੈਂਪਲ ਰਹਿ ਜਾਊਗਾ। ਹਰਮੰਦਰ ਬਣਾ ਲਾਂਗੇ, ਸਿਰਫ ਮੰਦਰ ਰਹਿ ਜਾਊਗਾ ਔਰ ਇਹਦੇ ਵਿੱਚ ਸਾਡੀ ਜਿਹੜੀ ਉਹ ਸੋਵਰੈਨਿਟੀ ਵਾਲੀ ਗੱਲ ਆ ਉਹ ਕਿਤੇ ਖਤਮ ਹੋ ਜੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਅੱਜ ਦਾ ਜਿਹੜਾ ਇਹ ਐਪੀਸੋਡ ਹੈ, ਮੈਨੂੰ ਪਿਛਲੇ ਐਪੀਸੋਡ ਨੂੰ ਜਿੱਥੇ ਆਪਾਂ ਛੱਡਿਆ ਸੀ, ਮੈਂ ਆਪ ਜੀ ਨਾਲ ਵਾਅਦਾ ਕੀਤਾ ਸੀਗਾ ਕਿ ਰਜਿੰਦਰ ਸਿੰਘ ਝੱਜ ਹੋਣਾ ਦੇ ਜਿਹੜੇ ਕੁਐਸਚਨਸ ਨੇ, ਕਿਉਂਕਿ ਉਹਨਾਂ ਦਾ ਬਹੁਤ ਲੰਬਾ ਸਮਾਂ ਪੈ ਗਿਆ। ਉਹਨਾਂ ਨੇ ਬਹੁਤ ਪਹਿਲਾਂ ਕੁਝ ਸਵਾਲ ਭੇਜੇ ਸੀ ਮੈਨੂੰ, ਕਿਸੇ ਕਾਰਨਵਸ਼ ਜਾਂ ਕਹਿ ਲਓ ਕਿ ਮੇਰੀ ਗਲਤੀ ਆ, ਮੈਂ ਮੰਨਦੀ ਹਾਂ ਕਿ ਮੈਂ ਉਹ ਜਵਾਬ ਨਹੀਂ ਦੇ ਸਕੀ। ਸੋ ਅੱਜ ਜਿਹੜਾ ਐਪੀਸੋਡ ਅੱਜ ਆਪਾਂ ਉਹਨਾਂ ਦੇ ਸਵਾਲ ਲੈਣੇ ਆ। ਪਰ ਉਸ ਤੋਂ ਪਹਿਲਾਂ, ਕਿਉਂਕਿ ਜਿਹੜਾ ਪਿਛਲਾ ਐਪੀਸੋਡ ਸੀ ਉਸ ਦੀਆਂ ਮੈਨੂੰ ਬਹੁਤ ਸਾਰੀਆਂ ਈਮੇਲਸ ਆਈਆਂ, ਕੁਝ ਸੁਝਾਅ ਵੀ ਆਏ, ਕੁਝ ਸਵਾਲ ਨਵੇਂ ਵੀ ਬਣਦੇ ਹੋਏ ਨਜ਼ਰ ਆਏ ਜਿਹੜੇ ਕਿ ਪਿਛਲੇ ਐਪੀਸੋਡ ਦੇ ਨਾਲ ਹੀ ਰਿਲੇਟਡ ਨੇ। ਤਾਂ ਮੈਨੂੰ ਇਹ ਲੱਗਦਾ ਕਿ ਅਗਲੇ ਕੁਐਸਚਨਸ ਲੈਣ ਤੋਂ ਪਹਿਲਾਂ ਮੈਨੂੰ ਥੋੜ੍ਹਾ ਜਿਹਾ ਜਿਹੜਾ ਪਿਛਲੇ ਜਿਹੜੇ ਸੁਝਾਅ ਸਵਾਲ ਜੋ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਇਨਕੋਰਪੋਰੇਟ ਕਰਕੇ, ਤਾਂ ਕਿ ਇੱਕ ਗੱਲ ਜਿਹੜੀ ਆ ਉਹ ਚੰਗੀ ਤਰ੍ਹਾਂ ਕਲੀਅਰ ਹੋ ਜਾਏ, ਤਾਂ ਮੈਂ ਥੋੜ੍ਹਾ ਜਿਹਾ ਉਸੇ ਵੱਲ ਹੀ ਜਾਊਂਗੀ। ਪ੍ਰੋਗਰਾਮ ਦੇ ਅਗਲੇ ਜਿਹੜਾ ਹਾਫ ਹੋਊਗਾ ਉਹਦੇ ਵਿੱਚ ਆਪਾਂ ਫਿਰ ਝੱਜ ਸਾਹਿਬ ਦੇ ਕੁਐਸਚਨਸ ਵੱਲ ਚੱਲ ਜਾਂਗੇ। ਪਰ ਪਹਿਲਾਂ ਇਸ ਹਾਫ ਦੇ ਵਿੱਚ ਮੈਂ ਉਹ ਜਿਹੜੇ ਪੁਰਾਣੇ ਐਪੀਸੋਡ ਦੇ ਨਾਲ ਜੋ ਵੀ ਲੱਗਦਾ ਹੈ ਉਹਦੀ ਡਿਸਕਸ਼ਨ ਕਰਨੀ ਜ਼ਰੂਰੀ ਸਮਝਦੀ ਹਾਂ। ਇੱਕ ਤਾਂ ਮੈਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਮੈਸੇਜਸ ਈਮੇਲਸ ਆਈਆਂ, ਕਿਉਂਕਿ ਇੱਕ ਬੜਾ ਭਰਵਾਂ ਹੁੰਗਾਰਾ ਸੀਗਾ ਕਿ ਔਰ ਇੱਕ ਤਾਂ ਉਹਦੇ ਨਾਲ ਇਹ ਮੋਟੀਵੇਸ਼ਨ ਲੱਗਦੀ ਆ ਕਿ ਹਾਂ ਚਲੋ ਮੈਂ ਇਕੱਲੀ ਬੋਲ ਕੇ ਨਹੀਂ ਚਲੀ ਜਾਂਦੀ, ਆਪ ਸਭ ਸੁਣਦੇ ਹੋ ਔਰ ਮੇਰੇ ਬਹੁਤਾ ਨਾ ਸਹੀ ਤਾਂ ਬਟ ਫਿਰ ਵੀ ਕਿਤੇ ਨਾ ਕਿਤੇ ਆਮ ਮੇਕਿੰਗ ਸਮ ਸੈਂਸ। ਮੈਨੂੰ ਇਸ ਗੱਲ ਦੀ ਆਪਣੇ ਆਪ ਦੇ ਵਿੱਚ ਬੜੀ ਇੱਕ ਐਨਕਰੇਜਮੈਂਟ ਮਿਲਦੀ ਹੈ ਔਰ ਮੈਂ ਬਾਰ-ਬਾਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਉਹਨਾਂ ਨੇ ਆਪ ਸੰਗਤ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ। ਇਸ ਕਰਕੇ ਜਿਹੜੀ ਤੁਹਾਡੀਆਂ ਈਮੇਲਸ ਨੇ ਉਹ ਮੇਰੇ ਲਈ ਬੜੀਆਂ ਇੰਪੋਰਟੈਂਟ ਆ, ਸੋ ਲਿਖਦੇ ਰਿਹਾ ਕਰੋ। ਹੁਣ ਆਪਾਂ ਆਉਂਦੇ ਹਾਂ ਜਿਹੜੇ ਸੁਝਾਅ ਆਏ ਨੇ, ਦੋ ਮੇਨ ਚੀਜ਼ਾਂ ਜਿਹੜੀਆਂ ਮੈਂ ਇਕੱਠੀਆਂ ਰਲਾਉਣੀਆਂ ਚਾਹੂੰਗੀ। ਇੱਕ ਤਾਂ ਇਹ ਕਿ ਸਾਨੂੰ ਕਿਸੇ ਨੇ ਈਮੇਲ ਦੇ ਵਿੱਚ ਵੀ ਇੱਕ ਚੀਜ਼ ਲਿਖੀ ਆ ਔਰ ਉਹੀ ਚੀਜ਼ ਜਿਹੜੀ ਆ ਉਹ ਮੈਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਦੇਖੀ ਕਿ ਉੱਥੇ ਵੀ ਸਿਮਿਲਰ ਕਾਈਂਡ ਆਫ ਡਿਸਕਸ਼ਨ ਜਿਹੜੀ ਆ ਉਹ ਚੱਲ ਰਹੀ ਆ। ਸਾਨੂੰ ਲਿਖਿਆ ਔਰ ਉਹਨਾਂ ਨੇ ਸਪੈਸ਼ਲ ਲਿਖਿਆ ਕਿ ਮੇਰਾ ਨਾਮ ਨਾ ਲਿਓ ਜੀ। ਐਨੀਵੇਜ਼ ਉਹ ਕਹਿੰਦੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਨਾਮ ਨਾਲ ਕੋਈ ਵੀ ਫਰਕ ਪੈਂਦਾ ਹੈ। ਤੁਸੀਂ ਗੁਰਦੁਆਰੇ ਨੂੰ ਗੁਰੂ ਘਰ ਕਹੋ ਜਾਂ ਗੁਰੂ ਘਰ ਨੂੰ ਗੁਰਦੁਆਰਾ, ਗੱਲ ਇੱਕੋ ਹੀ ਹੈ। ਆਸਮਾਨ ਨੂੰ ਸਕਾਈ ਕਹਿ ਦੇਵੋ ਜਾਂ ਆਕਾਸ਼, ਗੱਲ ਇੱਕ ਹੀ ਹੈ। ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਆਸਮਾਨ ਨੂੰ ਆਕਾਸ਼ ਕਹਿ ਦਿਓ, ਸਕਾਈ ਕਹਿ ਦਿਓ, ਸ਼ਾਇਦ ਹੋਰ ਭਾਸ਼ਾਵਾਂ ਦੇ ਆਪਣੇ ਆਪਣੇ ਨਾਮ ਹੋਣਗੇ। ਬਿਲਕੁਲ ਐਵੇਂ ਦੀ ਹੀ ਇੱਕ ਡਿਸਕਸ਼ਨ ਜਿਹੜੀ ਆ ਉਹ ਸੋਸ਼ਲ ਮੀਡੀਆ 'ਤੇ ਵੀ ਹੋਈ, ਕਿਉਂਕਿ ਕਈ ਵਾਰੀ ਨਾ ਸੋਸ਼ਲ ਮੀਡੀਆ ਦੇ ਉੱਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਵਾਬ ਦੇਣਾ ਪਸੰਦ ਨਹੀਂ ਕਰਦੀ ਹੁੰਦੀ, ਕਿਉਂਕਿ ਦੈਟ ਇਜ਼ ਨਾਟ ਦੀ ਪਲੇਟਫਾਰਮ। ਪਰ ਕਈ ਵਾਰ ਜਦੋਂ ਲੱਗਦਾ ਹੁੰਦਾ ਕਿ ਗੁਰੂ ਦਾ ਸਿਧਾਂਤ ਜਿਹੜਾ ਆ ਉਹਦੇ ਨਾਲ ਕੋਈ ਖਿਲਵਾੜ ਹੋ ਰਿਹਾ ਤਾਂ ਵਿੱਚ ਫਿਰ ਜੰਪ ਇਨ ਕਰਨਾ ਬੜਾ ਜ਼ਰੂਰੀ ਹੋ ਜਾਂਦਾ। ਜਾਂ ਕਈ ਵਾਰੀ ਖਿਲਵਾੜ ਜਾਣ ਬੁੱਝ ਕੇ ਨਹੀਂ ਹੋ ਰਿਹਾ ਹੁੰਦਾ,
ਇਗਨੋਰੈਂਸ ਦੇ ਕਰਕੇ, ਨੌਲੇਜ ਘੱਟ ਹੋਣ ਦੇ ਕਰਕੇ ਆਪਾਂ ਆਪੇ ਹੀ ਕਰ ਜਾਂਦੇ ਹਾਂ, ਤਾਂ ਉੱਥੇ ਫਿਰ ਜੰਪ ਇਨ ਕਰਨਾ ਪੈਂਦਾ। ਉੱਥੇ ਵੀ ਇੱਕ ਸਿਮਿਲਰ ਜੀ ਗੱਲ ਕਿਸੇ ਨੇ ਲਿਖੀ ਸੀ ਕਿ ਅਗਰ ਅਗਰ ਮੇਰੇ ਕੋਲ ਕੋਈ ਪਾਣੀ ਮੰਗਣ ਆਏ ਤਾਂ ਮੈਂ ਉਹਨੂੰ ਪਹਿਲਾਂ ਕਰੈਕਟ ਕਰਾਂ ਕਿ ਤੁਸੀਂ ਪਾਣੀ ਨੂੰ ਪਾਣੀ ਕਹੋ ਕਿਉਂਕਿ ਇਹੀ ਮੈਂ ਬੋਲਦਾ ਹਾਂ, ਅਤੇ ਮੈਂ ਵਾਟਰ ਨੂੰ ਨਹੀਂ ਸਮਝਦਾ, ਤਾਂ ਇਹ ਬੇਵਕੂਫੀ ਹੋਊਗੀ। ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੇ ਕਰਨ ਦਾ ਕਾਰਨ ਮੇਰਾ ਕੀ ਹੈ, ਕਿਉਂਕਿ ਇਹੋ ਇੱਕੋ ਤਰ੍ਹਾਂ ਦੇ ਸਵਾਲ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਹੋਣਗੇ। ਸ਼ਾਇਦ ਆਪ 'ਚੋਂ ਵੀ ਕਈਆਂ ਨੂੰ ਇਹ ਲੱਗ ਰਿਹਾ ਹੋਊਗਾ ਕਿ ਗੁਰਦੁਆਰੇ ਨੂੰ ਗੁਰੂ ਘਰ ਕਹਿ ਦੇਣਾ, ਗੁਰੂ ਘਰ ਨੂੰ ਗੁਰਦੁਆਰਾ ਕਹਿ ਦੇਣਾ, ਇੱਕੋ ਹੀ ਗੱਲ ਆ, ਫਿਰ ਕੀ ਹੋ ਗਿਆ। ਔਰ ਜਿੱਦਾਂ ਇਹਨਾਂ ਭਾਈ ਸਾਹਿਬ ਹੁਣਾਂ ਨੇ ਲਿਖਿਆ ਕਿ ਅਸਮਾਨ ਨੂੰ ਸਕਾਈ ਕਹਿ ਦੇਵੋ ਜਾਂ ਆਕਾਸ਼ ਕਹਿ ਦੇਵੋ, ਗੱਲ ਇੱਕ ਹੀ ਆ। ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ। ਆਪਾਂ ਨਾ ਇਹ ਦੇਖੀਏ ਕਿ ਆਪਾਂ ਕਿਹੜੀਆਂ ਚੀਜ਼ਾਂ ਨੂੰ ਕੰਪੇਅਰ ਕਰਦੇ ਹਾਂ। ਸਾਡੀ ਪ੍ਰੋਬਲਮ ਕਿੱਥੇ ਆ? ਅਸੀਂ ਕੰਪੈਰੀਜ਼ਨ ਦੇ ਵਿੱਚ ਤਾਂ ਪੈ ਜਾਂਦੇ ਹਾਂ, ਪਰ ਉਹ ਕੰਪੈਰੀਜ਼ਨ ਕਰਨਾ ਕਿਹਦਾ ਸਾਨੂੰ ਇਹ ਸਮਝ ਨਹੀਂ ਆਉਂਦੀ। ਅਸੀਂ ਐਪਲ ਐਂਡ ਔਰੰਜਸ ਨੂੰ ਕੰਪੇਅਰ ਨਹੀਂ ਕਰ ਸਕਦੇ, ਚਾਹੇ ਦੋਵੇਂ ਗੋਲ ਨੇ, ਠੀਕ ਹੈ ਨਾ। ਇਹ ਨਹੀਂ ਕਹਿ ਸਕਦੇ ਕਿ ਜੇ ਕੋਈ ਕਹੇ ਹਾਓ ਔਰੰਜਸ ਕਿੱਦਾਂ ਦੇ ਹੁੰਦੇ ਆ ਤਾਂ ਤੁਸੀਂ ਕਹਿ ਦਿਓ ਕਿ ਐਪਲ ਵਾਂਗੂ, ਉਹ ਠੀਕ ਨਹੀਂ ਆ, ਹੈ ਨਾ। ਉਹ ਹੋ ਨਹੀਂ ਸਕਦਾ ਕੰਪੈਰੀਜ਼ਨ। ਜਿਹੜਾ ਜਲ ਹੈ ਨਾ, ਪਾਣੀ ਜਾਂ ਜਿਹੜਾ ਆਕਾਸ਼ ਹੈ, ਉਹ ਕਿਸੇ ਨੂੰ ਆਈਡੈਂਟੀਫਾਈ ਨਹੀਂ ਕਰਦਾ। ਇਸ ਗੱਲ ਨੂੰ ਸਮਝਿਓ ਜੀ। ਆਕਾਸ਼ ਮੇਰੇ ਸਿਰ 'ਤੇ ਵੀ ਉਹੀ ਹੈ, ਤੁਹਾਡੇ ਸਿਰ 'ਤੇ ਵੀ ਉਹੀ ਹੈ, ਜਿਹੜੇ ਜਾਨਵਰ ਨੇ ਉਹਨਾਂ ਦੇ ਸਿਰ 'ਤੇ ਵੀ ਉਹੀ ਹੈ, ਜਿਹੜੇ ਹਰ ਤਰ੍ਹਾਂ ਦੇ ਜਿੰਨੀਆਂ ਵੀ ਸਪੀਸ਼ੀਜ਼ ਦੁਨੀਆ ਵਿੱਚ ਹੈ, ਚਾਹੇ ਉਹ ਜਲ 'ਚ ਰਹਿੰਦੀਆਂ, ਚਾਹੇ ਉਹ ਆਕਾਸ਼ ਇੱਕੋ ਹੀ ਆ ਉਹਨਾਂ ਦੇ ਸਿਰ ਦੇ ਉੱਤੇ, ਹੈ ਨਾ। ਤੋ ਆਕਾਸ਼ ਨੂੰ ਹਰ ਇੱਕ ਬੰਦਾ ਆਪੋ ਆਪਣੀ ਲੈਂਗੁਏਜ ਦੇ ਵਿੱਚ ਕੁਝ ਕਹਿ ਸਕਦਾ ਆ। ਹੁਣ ਆ ਜਾਈਏ ਆਪਾਂ ਗੁਰਦੁਆਰਿਆਂ ਵੱਲ, ਤਾਂ ਗੁਰਦੁਆਰੇ, ਮੰਦਰ, ਮਸਜਿਦ ਜਾਂ ਗਿਰਜਾ ਘਰ ਜਾਂ ਸਿਨੇਗੋਗਸ, ਇਹਨਾਂ ਸਾਰਿਆਂ ਦੀ ਆਪਣੀ ਆਪਣੀ ਇੱਕ ਆਈਡੈਂਟਿਟੀ ਹੈ। ਔਰ ਆਈਡੈਂਟਿਟੀ ਕਿਹਦੇ ਨਾਲ ਬਣਦੀ ਹੈ? ਉਹ ਬਣਦੀ ਹੈ ਉਹਨਾਂ ਦੇ ਆਪਣੇ ਆਪਣੇ ਸਿਧਾਂਤਾਂ ਦੇ ਨਾਲ। ਮੰਦਰ ਵਾਲਿਆਂ ਦਾ ਆਪਣਾ ਸਿਧਾਂਤ ਹੈ, ਮਸਜਿਦ ਵਾਲਿਆਂ ਦਾ ਆਪਣਾ ਸਿਧਾਂਤ ਹੈ, ਸਿਨੇਗੋਗ ਵਾਲਿਆਂ ਦਾ ਆਪਣਾ ਸਿਧਾਂਤ ਹੈ, ਗੁਰਦੁਆਰਿਆਂ ਦਾ ਆਪਣਾ ਸਿਧਾਂਤ ਹੈ। ਸੋ ਜਦੋਂ ਤੁਸੀਂ ਗੁਰਦੁਆਰੇ ਨੂੰ ਕਹੋਗੇ ਨਾ ਕਿ ਇਹ ਮੰਦਰ ਹੈ, ਤਾਂ ਤੁਸੀਂ ਕਹਿ ਦੋਗੇ ਕਿ ਉਹ ਸਿਧਾਂਤ, ਫਿਰ ਉਹ ਜਿਹੜੀ ਡਿਫਰੈਂਸ ਹੈਗਾ ਨਾ ਸਿਧਾਂਤ ਦਾ, ਫਿਰ ਤੁਸੀਂ ਉਹਨੂੰ ਰਲ ਗੱਡ ਕਰ ਦਿਓਗੇ। ਜਾਂ ਤੁਸੀਂ ਕਹਿ ਦੋ, ਹੁਣ ਮੈਂ ਹੀ ਕਹਾਂ ਕਿ ਕਿਸੇ ਦੀ ਕੋਈ ਮਸਜਿਦ ਹੋਵੇ ਅਤੇ ਮੈਂ ਕਿਸੇ ਮੁਸਲਮਾਨ ਭਰਾ ਨੂੰ ਕਹਾਂ ਕਿ ਤੁਹਾਡਾ ਗੁਰਦੁਆਰਾ ਹੈ, ਤਾਂ ਉਹ ਮੇਰਾ ਸਿਰ ਪਾੜਨ ਤੱਕ ਆਉਣਗੇ, ਕਿਉਂਕਿ ਉਹਨਾਂ ਦਾ ਸਿਧਾਂਤ ਵੱਖਰਾ ਹੈ, ਸਾਡਾ ਸਿਧਾਂਤ ਵੱਖਰਾ ਹੈ ਨਾ। ਤਾਂ ਗੁਰਦੁਆਰਾ ਮਸਜਿਦ ਨਹੀਂ ਹੋ ਸਕਦਾ, ਮਸਜਿਦ ਗੁਰਦੁਆਰਾ ਨਹੀਂ ਹੋ ਸਕਦੀ। ਸਿਮਿਲਰਲੀ ਗੁਰਦੁਆਰਾ ਮੰਦਰ ਨਹੀਂ ਹੋ ਸਕਦਾ, ਮੰਦਰ ਗੁਰਦੁਆਰਾ ਨਹੀਂ ਹੋ ਸਕਦਾ, ਕਿਉਂਕਿ ਇਹ ਆਈਡੈਂਟੀਫਾਈ ਕਰਦੇ ਨੇ। ਪਾਣੀ ਆਈਡੈਂਟੀਫਾਈ ਨਹੀਂ ਕਰਦਾ। ਜੇ ਮੈਂ ਤੁਹਾਨੂੰ ਪਾਣੀ ਦਾ ਗਲਾਸ ਦਿਆਂ ਔਰ ਮੈਂ ਕਹਾਂ ਕਿ ਤੁਸੀਂ ਪਾਣੀ ਲੈ ਲਓ, ਤੁਹਾਨੂੰ ਪਾਣੀ ਸਮਝ ਵੀ ਨਹੀਂ ਆਇਆ, ਪਰ ਤੁਸੀਂ ਉਹ ਗਲਾਸ ਦੇਖ ਕੇ, ਉਹਦੇ ਵਿੱਚ ਜਿਹੜਾ ਤਰਲ ਪਦਾਰਥ ਹੈ ਉਹਨੂੰ ਦੇਖ ਕੇ ਤੁਹਾਨੂੰ ਸਮਝ ਲੱਗ ਜਾਊਗੀ ਕਿ ਮੈਂ ਇਹਨੂੰ ਮੂੰਹ 'ਚ ਪਾਉਣਾ, ਇਹ ਐਡਰੈਸ ਨਹੀਂ ਭੁੱਲੂਗਾ। ਪਰ UK ਦੇ ਵਿੱਚ ਇਹ ਚਲਨ ਵੀ ਹੈਗਾ ਕਿ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਘਰਾਂ ਦੇ ਜਿਹੜੇ ਨੰਬਰ ਹੈ ਉਹ ਨਹੀਂ ਹੈਗੇ, ਨਾਮ ਹੈਗੇ ਨੇ। ਹੁਣ ਮੰਨ ਲਓ ਕਿ ਕਿਸੇ ਘਰ ਦਾ ਐਡਰੈਸ ਜਿਹੜਾ ਉਹ XYZ ਹੈ, ਅਤੇ ਮੈਂ ਉਹਨੂੰ ਚਿੱਠੀ ਭੇਜਦੀ ਹਾਂ YZX ਦੇ ਉੱਤੇ, ਪਹੁੰਚ ਜੂਗੀ? ਨਹੀਂ ਪਹੁੰਚੂਗੀ ਨਾ। ਕਿਉਂ? ਕਿਉਂਕਿ ਉਹ ਇੱਕ ਬਿਲਡਿੰਗ ਦੀ ਆਪਣੀ ਆਈਡੈਂਟਿਟੀ ਹੈ, ਉਸ ਦੇ ਵਿੱਚ ਰਹਿਣ ਵਾਲਿਆਂ ਦੀ ਇੱਕ ਆਈਡੈਂਟਿਟੀ ਹੈ ਨਾ। ਹੋ ਸਕਦਾ ਜਿਹੜੀ ਮੈਂ ਉਹ ਅਲੱਗ ਐਡਰੈਸ 'ਤੇ ਭੇਜੀ ਹੈ, ਉਸ ਅਲੱਗ ਐਡਰੈਸ 'ਤੇ ਪਹੁੰਚ ਵੀ ਜਾਵੇ ਚਿੱਠੀ, ਤਾਂ ਉਸ ਐਡਰੈਸ ਵਾਲਿਆਂ ਨੂੰ ਉਹ ਕਿਸੇ ਤਰੀਕੇ ਨਾਲ ਵੀ ਕੰਮ ਦਊਗੀ? ਨਹੀਂ, ਕਿਉਂਕਿ ਉਹਨਾਂ ਵਾਸਤੇ ਹੈ ਹੀ ਨਹੀਂ ਸੀ। ਸੋ ਜਿਹੜੀ ਉਹ ਬਿਲਡਿੰਗ ਸੀ ਨਾ, ਜਿਹੜਾ ਇੱਕ ਐਡਰੈਸ ਹੈ, ਉਹ ਉਸ ਜਗ੍ਹਾ ਦੇ ਉੱਤੇ ਰਹਿਣ ਵਾਲਿਆਂ ਨੂੰ ਆਈਡੈਂਟੀਫਾਈ ਕਰਦਾ, ਅਤੇ ਜਿਹੜੇ ਰਹਿਣ ਵਾਲੇ ਆ ਉਹ ਉਸ ਜਗ੍ਹਾ ਨੂੰ ਆਈਡੈਂਟੀਫਾਈ ਕਰਦੇ। ਦੋਵਾਂ ਦੀ ਆਈਡੈਂਟਿਟੀ ਇੰਟਰਲਿੰਕਡ ਹੈ। ਸੋ ਗੁਰਦੁਆਰੇ ਜਿਹੜੇ ਜਾਂਦੇ ਨੇ, ਜਿਹੜੇ ਗੁਰਦੁਆਰਿਆਂ ਨੂੰ ਮੰਨਦੇ ਨੇ, ਉਹਨਾਂ ਦੀ ਆਈਡੈਂਟਿਟੀ ਗੁਰਦੁਆਰੇ ਡਿਫਾਈਨ ਕਰਦੇ। ਜਦੋਂ ਮੈਂ ਕਹੂੰਗੀ ਕਿ ਮੈਂ ਗੁਰਦੁਆਰੇ ਜਾਂਦੀ ਹਾਂ, ਇਮੀਡੀਏਟ ਪਤਾ ਲੱਗ ਜੂਗਾ ਕਿ ਅੱਛਾ ਇਹ ਸਿੱਖ ਆ। ਔਰ ਜਦੋਂ ਮੈਂ ਗੁਰਦੁਆਰੇ ਗਈ, ਗੁਰਦੁਆਰੇ ਦੇ ਵਿੱਚ ਆਉਣ ਵਾਲਿਆਂ ਦੀ, ਉਹ ਚਾਹੇ ਮੂੰਹੋਂ ਨਾਮ ਹੀ ਬੋਲਣ, ਉਹਨਾਂ ਦੀ ਆਈਡੈਂਟਿਟੀ ਡਿਫਾਈਨ ਹੋ ਜੂਗੀ ਕਿ ਇਹ ਸਿੱਖ ਹੋਣੇ ਆ। ਚਾਹੇ ਉਹ ਕੋਈ ਹੋਰ ਹੀ ਜਾਏ, ਚਾਹੇ ਕੋਈ ਸਿਰਫ ਘੁੰਮਣ ਫਿਰਨ ਹੀ ਗਿਆ ਹੋਵੇ, ਚਾਹੇ ਕੋਈ ਨਾਸਤਕ ਹੋਵੇ, ਬਟ ਅਗਰ ਉਹ ਗੁਰਦੁਆਰੇ ਜਾ ਕੇ ਪਾਠ ਸੁਣ ਰਿਹਾ, ਬੈਠਾ ਹੋਇਆ ਨਾ, ਤਾਂ ਇਮੀਡੀਏਟਲੀ ਬਾਹਰੋਂ ਕੋਈ ਆਉਣ ਵਾਲਾ ਉਹ ਦੇਖੂਗਾ ਔਰ ਸਮਝੂਗਾ ਕਿ ਅੱਛਾ ਇਹ ਸਿੱਖ ਹੈ, ਕਿਉਂਕਿ ਉਸ ਜਗ੍ਹਾ ਨੇ ਉਹਦੀ ਆਈਡੈਂਟਿਟੀ ਡਿਫਾਈਨ ਕਰਤੀ। ਅਗਰ ਉਹ ਸਿੱਖ ਨਹੀਂ ਹੈਗਾ, ਉਹਨੂੰ ਦੱਸਣਾ ਪਊਗਾ ਨੋ ਆਈ ਐਮ ਨਾਟ ਅ ਸਿੱਖ, ਮੈਂ ਇੱਥੇ ਸਿਰਫ ਵੈਸੇ ਹੀ ਆਇਆ, ਘੁੰਮਣ ਆਇਆ, ਹੈ ਨਾ। ਉਹਨੂੰ ਦੱਸਣਾ ਪਊਗਾ। ਸੋ ਆਈ ਥਿੰਕ ਇਹ ਮੇਰੀ ਗੱਲ ਕਲੀਅਰ ਹੋ ਰਹੀ ਹੋਊਗੀ ਕਿ ਜਿਹੜੀਆਂ ਜਗ੍ਹਾਵਾਂ ਹੁੰਦੀਆਂ ਨੇ ਨਾ, ਜਿੱਥੇ ਸਿਧਾਂਤ ਹੁੰਦੇ ਨੇ, ਜਿੱਥੇ ਜੀਂਦੀਆਂ ਜਾਗਦੇ ਲੋਕ ਰਹਿੰਦੇ ਨੇ, ਉਹਨਾਂ ਦੀਆਂ ਆਪਣੀਆਂ ਮਾਨਤਾਵਾਂ ਰਹਿੰਦੀਆਂ ਨੇ, ਉਹ ਪਾਣੀ
ਜਾਂ ਹਵਾ ਜਾਂ ਆਸਮਾਨ ਵਾਂਗੂ ਨਹੀਂ ਹੁੰਦਾ, ਉਹਨਾਂ ਦੀ ਇੱਕ ਆਈਡੈਂਟੀਟੀ ਹੁੰਦੀ ਹੈ। ਮੈਂ ਕਿਰਨਪ੍ਰੀਤ ਕੌਰ ਹਾਂ, ਮੇਰੀ ਆਪਣੀ ਇੱਕ ਆਈਡੈਂਟੀਟੀ ਹੈ। ਔਰ ਅਗਰ ਤੁਸੀਂ ਮੈਨੂੰ ਕਹੋਗੇ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤਾਂ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦੀ ਆਸਮਾਨ ਦੇ ਥੱਲੇ, ਹੈ ਨਾ। ਮੈਨੂੰ ਤੁਹਾਨੂੰ ਆਪਣਾ ਇੱਕ ਪ੍ਰੋਪਰ ਐਡਰੈਸ ਦੇਣਾ ਪਊਗਾ ਕਿ ਮੈਂ ਇੱਥੇ ਰਹਿੰਦੀ ਹਾਂ, ਹੈ ਨਾ। ਔਰ ਜਦੋਂ ਤੁਸੀਂ ਉਸ ਐਡਰੈਸ 'ਤੇ ਪਹੁੰਚੋਗੇ, ਹੁਣ ਉਸ ਐਡਰੈਸ 'ਤੇ ਬਾਹਰ ਖੜੇ ਹੋ ਕੇ ਮੈਂ ਤਾਂ ਤੁਹਾਨੂੰ ਇੱਕ ਐਡਰੈਸ ਦੇ ਦਿੱਤਾ, ਤੁਸੀਂ ਪੂਰੀ ਦੁਨੀਆ ਵਿੱਚ ਇੰਨੇ ਘਰ ਆ, ਕਿਸੇ ਮਰਜ਼ੀ ਘਰ ਦੇ ਜਾ ਕੇ ਦਰਵਾਜ਼ਾ ਖੜਕਾ ਲਿਓ ਅਤੇ ਕਹੋ ਕਿ ਇੱਥੇ ਕਿਰਨਪ੍ਰੀਤ ਰਹਿੰਦੀ ਆ, ਤੇ ਨਹੀਂ ਹੋਊਗਾ ਨਾ। ਮੈਂ ਉੱਥੇ ਹੀ ਮਿਲੂੰਗੀ ਜਿਹੜਾ ਐਡਰੈਸ ਤੁਹਾਨੂੰ ਮੈਂ ਦਿੱਤਾ। ਉਹਦਾ ਰੀਜ਼ਨ ਕੀ ਆ? ਕਿਉਂਕਿ ਇਹ ਚੀਜ਼ਾਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਨ ਨੂੰ ਹੁੰਦੀਆਂ। ਗੁਰੂ ਸਾਹਿਬਾਨਾਂ ਨੂੰ ਧਰਮਸ਼ਾਲਾ ਸ਼ੁਰੂ ਕਰਨ ਦਾ ਕਾਰਨ ਹੀ ਕੀ ਸੀ? ਉਹਨਾਂ ਤੋਂ ਵੱਡਾ ਸੈਕੂਲਰ ਜਾਂ ਉਹਨਾਂ ਤੋਂ ਵੱਡਾ ਵਿਸ਼ਾਲ ਔਰ ਇੰਟੈਗ੍ਰੇਟਿਵ ਜਿਹੜੀ ਸੋਚ ਵਾਲਾ ਤਾਂ ਕੋਈ ਹੈ ਹੀ ਨਹੀਂ। ਮੈਨੂੰ ਨਹੀਂ ਲੱਗਦਾ ਕਿ ਆਪਾਂ ਵੀ ਜਿਹੜੇ ਅੱਜ ਆਪਣੇ ਆਪ ਨੂੰ ਕਹਿੰਦੇ ਆ ਨਾ ਕਿ ਅਸੀਂ ਬੜੇ ਖੁੱਲ੍ਹੇ ਵਿਚਾਰਾਂ ਦੇ ਲਿਬਰਲ ਲੋਕ ਹਾਂ, ਅਸੀਂ ਲਿਬਰਲ ਸਿਰਫ ਉਦੋਂ ਤੱਕ ਹਾਂ ਜਦੋਂ ਤੱਕ ਸਾਹਮਣੇ ਵਾਲਾ ਸਾਡੀ ਗੱਲ ਨਾਲ ਸਹਿਮਤ ਆ। ਦਾ ਮੂਮੈਂਟ ਸਾਹਮਣੇ ਵਾਲਾ ਸਾਡੀ ਗੱਲ ਨਾਲ ਅਸਹਿਮਤ ਹੁੰਦਾ, ਸਾਡਾ ਲਿਬਰਲਿਜ਼ਮ ਇੰਜ ਨਿਕਲ ਜਾਂਦਾ ਹੈ, ਉਹ ਚਾਹੇ ਕੋਈ ਮਰਜ਼ੀ ਹੋਵੇ। ਮੈਂ ਬਹੁਤ ਐਸੇ ਲੋਕਾਂ ਨੂੰ ਵੇਖਿਆ ਹੈ ਜਿਹੜੇ ਪੂਰਾ ਸਿਰ ਫਸਾਉਂਦੇ ਆ ਪਹਿਲਾਂ ਕਿ ਨਹੀਂ ਜੀ ਜਿਹੜੇ ਨਾ ਕੱਟੜਵਾਦੀ ਹੁੰਦੇ ਆ, ਸਿੱਖ ਕੱਟੜਵਾਦੀ। ਓਕੇ, ਤੁਸੀਂ ਲਿਬਰਲ ਹੋ, ਫਾਈਨ, ਆਪਾਂ ਡਿਬੇਟ ਕਰਦੇ ਹਾਂ। ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਦੇ ਅਗੇਂਸਟ ਕੋਈ ਆਰਗੂਮੈਂਟ ਦਿੰਦੇ ਆ, ਉਹ ਆਪਣੀ ਸੀਮਾ 'ਚੋਂ ਵੀ ਬਾਹਰ ਨਿਕਲ ਜਾਂਦੇ ਆ। ਉਦੋਂ ਉਹਨਾਂ ਦਾ ਲਿਬਰਲਿਜ਼ਮ ਕਿੱਥੇ ਜਾਂਦਾ ਆ? ਬੇਸਿਕਲੀ ਪ੍ਰੋਬਲਮ ਕੀ ਆ ਕਿ ਚਾਹੇ ਕੋਈ ਲਿਬਰਲ ਆ, ਚਾਹੇ ਕੋਈ ਆਸਤਕ ਆ, ਚਾਹੇ ਕੋਈ ਨਾਸਤਕ ਆ, ਹਰ ਕੋਈ ਆਪੋ ਆਪਣੀ ਵਿਚਾਰਧਾਰਾ ਨੂੰ ਆਪਣੀ ਆਈਡੈਂਟੀਟੀ ਸਮਝਦਾ ਆ। ਪ੍ਰੋਬਲਮ ਕੀ ਆ ਕਿ ਜਿਹੜੇ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਹੁੰਦੇ ਆ ਨਾ, ਉਹਨਾਂ ਨੂੰ ਡੀਮੀਨ ਕਰਨਾ ਸੌਖਾ ਹੋ ਜਾਂਦਾ ਆ। ਇਹ ਕਹਿ ਦੇਣਾ ਕਿ ਨਾਸਤਕ ਇਹ ਤਾਂ ਬੇਵਕੂਫ ਲੋਕ ਹੈ, ਜਿਹੜਾ ਰੱਬ ਹੈ ਹੀ ਨਹੀਂ, ਉਹਦੀ ਕੋਈ ਹੋਂਦ ਹੀ ਨਹੀਂ ਹੈ। ਸੋ ਜਦੋਂ ਆਪਾਂ ਗੱਲ ਕਹਿੰਦੇ ਆ ਨਾ ਕਿ ਪਾਣੀ ਤੇ ਜਾਂ ਆਕਾਸ਼, ਇਹ ਸਾਰੀਆਂ ਚੀਜ਼ਾਂ ਦੀ ਕੋਈ ਆਈਡੈਂਟੀਟੀ ਹੈਗੀ ਆ। ਤੁਹਾਨੂੰ ਪਤਾ ਕਿ ਇਸ ਚੀਜ਼ ਦਾ ਨਾਮ ਪਾਣੀ ਆ, ਪਰ ਉਹਨਾਂ ਦਾ ਅਗਰ ਨਾਮ ਬਦਲ ਵੀ ਜਾਊਗਾ ਤਾਂ ਉਹਨਾਂ ਦਾ ਕੁਛ ਉਹ ਤੁਹਾਨੂੰ ਆਈਡੈਂਟੀਫਾਈ ਨਹੀਂ ਕਰਦੇ। ਪਾਣੀ ਆਪਾਂ ਸਾਰੇ ਇੱਕੋ ਜਿਹਾ ਹੀ ਪੀਂਦੇ ਹਾਂ, ਹੈ ਨਾ। ਹਾਂ, ਜਿੱਥੇ ਕੈਟਾਗਰੀਜ਼ ਆ ਜਾਣਗੀਆਂ, ਕੁਛ ਲੋਕਾਂ ਨੂੰ ਗੰਦਾ ਪਾਣੀ ਮਿਲਦਾ ਪੀਣ ਨੂੰ, ਫਿਰ ਆਪਾਂ ਉਹਨਾਂ ਨੂੰ ਪੂਅਰ ਕੰਟਰੀਜ਼ ਕਹਿ ਦਿੰਦੇ ਹਾਂ, ਹੈ ਨਾ। ਜਿਨ੍ਹਾਂ ਨੂੰ ਸਾਫ਼ ਮਿਲਦਾ ਹੈ ਉਹਨਾਂ ਨੂੰ ਆਪਾਂ ਰਿਚ ਕੰਟਰੀਜ਼, ਫਿਰ ਉੱਥੇ ਆ ਜਾਂਦਾ ਹੈ। ਉਹੋ ਜਿਹੀਆਂ ਹੋਰ ਡਿਫਰੈਂਟ ਚੀਜ਼ਾਂ ਹੋ ਜਾਂਦੀਆਂ। ਪਰ ਅਗਰ ਆਪਾਂ ਸੁਪਰਫਿਸ਼ੀਅਲ ਲੈਵਲ ਦੇ ਉੱਪਰ ਦੇਖੀਏ ਤਾਂ ਪਾਣੀ ਜਿਹੜਾ ਹੈ ਉਹ ਕਿਸੇ ਨੂੰ ਆਈਡੈਂਟੀਫਾਈ ਨਹੀਂ ਕਰਦਾ, ਔਰ ਕੋਈ ਪਾਣੀ ਨੂੰ ਵੀ ਆਈਡੈਂਟੀਫਾਈ ਨਹੀਂ ਕਰਦਾ। ਹਾਊਐਵਰ ਜਿਹੜੀਆਂ ਸਾਡੀਆਂ ਧਾਰਮਿਕ ਅਸਥਾਨ ਹੁੰਦੇ ਨੇ, ਉਹਨਾਂ ਦੇ ਵਿੱਚ ਸਾਡੀ ਕਲਚਰਲ, ਸਾਡੀ ਰਿਲੀਜੀਅਸ, ਸਾਡੀ ਪੋਲੀਟੀਕਲ, ਸਾਡੀ ਸੋਸ਼ਲ ਹਿਸਟਰੀ ਜਿਹੜੀ ਹੈ ਉਹ ਉੱਥੇ ਹੁੰਦੀ ਆ, ਸਾਡੀਆਂ ਰਿਲੀਜੀਅਸ ਸੰਸਥਾਵਾਂ ਦੇ ਵਿੱਚ। ਜਾਂ ਇਹ ਕਹਿ ਲਓ, ਕਿਉਂਕਿ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਨਾ, ਉਹ ਮੰਦਰਾਂ ਵਾਂਗ ਨਹੀਂ ਨੇ, ਜਾਂ ਇਹ ਕਹਿ ਲਈਏ ਕਿ ਉਹ ਮਸਜਿਦਾਂ ਵਾਂਗ ਨਹੀਂ ਨੇ। ਸਾਡੇ ਗੁਰਦੁਆਰੇ ਸਾਡੇ ਕਲਚਰ ਨੂੰ ਵੀ ਰਿਪਰੈਜ਼ੈਂਟ ਕਰਦੇ ਆ, ਸਾਡੀ ਸੁਸਾਇਟੀ ਨੂੰ ਵੀ ਰਿਪਰੈਜ਼ੈਂਟ ਕਰਦੇ ਆ, ਸਿੱਖਾਂ ਦੀ ਸੁਸਾਇਟੀ ਨੂੰ। ਸਾਡੀ ਬਣਤਰ ਕਿੱਦਾਂ ਹੋਈ ਆ, ਅਸੀਂ ਹੋਂਦ 'ਚ ਕਿੱਦਾਂ ਆਏ ਆ, ਉਸ ਚੀਜ਼ ਨੂੰ ਵੀ ਰਿਪਰੈਜ਼ੈਂਟ ਕਰਦੇ ਆ। ਸੋ ਗੁਰਦੁਆਰੇ ਜਦੋਂ ਆਪਾਂ ਇਹ ਕਹਿੰਦੇ ਆ ਨਾ ਕਿ ਗੁਰਦੁਆਰਾ ਤੇ ਗੁਰੂ ਘਰ, ਤਾਂ ਫਿਰ ਇੱਥੇ ਉਦੋਂ ਗੜਬੜ ਹੋ ਜਾਂਦੀ ਆ। ਆਈ ਥਿੰਕ ਮੈਂ ਇਸ ਗੱਲ ਨੂੰ ਜਿਹੜਾ ਆ ਉਹ ਪ੍ਰੋਪਰ ਤਰੀਕੇ ਨਾਲ ਦੱਸ ਦਿੱਤਾ ਹੋਊਗਾ। ਅਗਰ ਕੋਈ ਕਮੀ ਪੇਸ਼ੀ ਰਹਿ ਗਈ ਹੋਈ, ਮੈਨੂੰ ਤੁਸੀਂ ਲਿਖ ਦਿਓ। ਆਈ ਐਮ ਮੋਰ ਦੈਨ ਹੈਪੀ ਟੂ ਡਿਸਕਸ ਅਬਾਊਟ ਦਿਸ, ਕਿਉਂਕਿ ਬੜਾ ਇੰਪੋਰਟੈਂਟ ਟੌਪਿਕ ਹੈ। ਸਾਡੀ ਪ੍ਰੋਬਲਮ ਜਿਹੜੀ ਮੇਜਰ ਪ੍ਰੋਬਲਮ ਆ ਉਹ ਇਹ ਆ ਕਿ ਅਸੀਂ ਕੀ ਕਰਦੇ ਹਾਂ। ਜਦੋਂ ਮੈਂ ਪਹਿਲਾਂ ਹੀ ਕਿਹਾ ਕਿ ਕਿਸੇ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਕਿਸੇ ਨੂੰ ਵੀ ਤੁਸੀਂ ਇੱਕ ਛੋਟੇ ਬੱਚੇ ਨੂੰ ਵੀ ਬੁਲਾ ਕੇ ਕਿਹੋ ਕਿ ਜਿਹੜੀ ਤੁਹਾਡੀ ਮਸਜਿਦ ਆ ਉਹ ਗੁਰਦੁਆਰਾ, ਉਹ ਮੰਨੂਗੇ ਨਹੀਂ। ਕਿਉਂ ਨਹੀਂ ਮੰਨੂਗੇ? ਕਿਉਂਕਿ ਉਹਨਾਂ ਨੂੰ ਪਤਾ ਆ ਕਿ ਉਹਨਾਂ ਦਾ ਸਿਧਾਂਤ ਕੀ ਆ। ਮੈਂ ਤਾਂ ਦੇਖਦੀ ਹਾਂ ਛੋਟੇ ਬੱਚੇ, ਔਰ ਕੱਲ੍ਹ ਹੀ ਜਦੋਂ ਮੈਂ ਇੱਥੇ ਆ ਰਹੀ ਸੀ ਸਟੂਡੀਓ ਨੂੰ, ਤਾਂ ਮੈਂ ਦੇਖ ਰਹੀ ਸੀਗੀ ਕਿ ਛੋਟੇ ਬੱਚੇ ਹੱਥ ਦੇ ਵਿੱਚ ਸ਼ਾਇਦ ਉਹਨਾਂ ਨੇ ਕੁਰਾਨ ਸ਼ਰੀਫ ਪੜ੍ਹੀ ਹੋਈ ਸੀ, ਆਈ ਡੋਂਟ ਨੋ, ਮੈਨੂੰ ਪੱਕਾ ਨਹੀਂ ਪਤਾ, ਪਰ ਉਹ ਪੂਰੇ ਜੋਸ਼ ਦੇ ਨਾਲ ਮਸਜਿਦ ਵੱਲ ਨੂੰ ਜਾ ਰਹੇ ਸੀਗੇ। ਉਹਨਾਂ ਨੂੰ ਇਸ ਗੱਲ ਦੇ ਨਾਲ ਨਹੀਂ ਹੈਗਾ ਕਿ ਸਾਨੂੰ ਲੋਕ ਕੀ ਕਹਿਣਗੇ ਜਾਂ ਕਿੱਦਾਂ। ਪੂਰੀ ਦੁਨੀਆ ਵਿੱਚ ਇਸਲਾਮੋਫੋਬੀਆ ਹੈ, ਪਰ ਦਾਦ ਦੇਣੀ ਬਣਦੀ ਆ ਉਹਨਾਂ ਲੋਕਾਂ ਦੀ ਕਿ ਉਹ ਆਪਣੀਆਂ ਚੀਜ਼ਾਂ ਨੂੰ ਹਜੇ ਵੀ ਜਕੜ ਕੇ ਬੈਠੇ ਹੋਏ ਆ, ਫੜ ਕੇ ਬੈਠੇ ਹੋਏ ਆ। ਸਾਡੀ ਪ੍ਰੋਬਲਮ ਕੀ ਆ ਸਿੱਖਾਂ ਦੀ ਕਿ ਅਸੀਂ ਪੋਲੀਟੀਕਲ ਕਰੈਕਟਨੈਸ ਦੇ ਵਿੱਚ ਬਹੁਤ ਫਸ ਗਏ ਆ। ਸਾਨੂੰ ਲੱਗਦਾ ਆ ਕਿ ਅਸੀਂ ਉਹ ਗੱਲ ਕਰੀਏ ਜਿਹੜੀ ਮੈਜੋਰਿਟੀ ਕਰਦੀ ਆ। ਮੈਜੋਰਿਟੀ ਜੋ ਕਹਿੰਦੀ ਆ ਕਿ ਅਗਰ ਮੈਜੋਰਿਟੀ ਲੋਕ ਕਹਿ ਰਹੇ ਆ ਕਿ ਪ੍ਰਮਾਤਮਾ ਨਹੀਂ ਹੈਗਾ, ਕਹਿ ਦਿਓ ਪ੍ਰਮਾਤਮਾ ਨਹੀਂ ਹੈਗਾ। ਅਗਰ ਮੈਜੋਰਿਟੀ ਜੋ ਵੀ, ਕਿਉਂਕਿ ਉਹਨੂੰ ਪੋਲੀਟੀਕਲ ਕਰੈਕਟਨੈਸ ਕਹਿੰਦੇ ਆ, ਹੈ ਨਾ। ਸੋ ਪੋਲੀਟੀਕਲੀ ਕਰੈਕਟ ਹੋਣ ਦਾ ਔਰ ਇਹ ਹੋਇਆ ਕਿਉਂ? ਕਿਉਂਕਿ ਸਾਡੇ 'ਚ ਇੱਕ ਇਨਫੀਰੀਓਰਿਟੀ ਕੰਪਲੈਕਸ ਵੀ ਹੈਗਾ ਸਿੱਖਾਂ ਦੇ ਬਹੁਤਾਤ ਦੇ ਵਿੱਚ। ਕਿਉਂਕਿ ਜਦੋਂ ਅਸੀਂ ਪੜ੍ਹਨਾ ਸ਼ੁਰੂ ਕੀਤਾ ਨਾ ਬੇਸਿਕਲੀ, ਤਾਂ ਇਹਨੂੰ ਮੈਂ ਇੱਦਾਂ ਹੀ ਦੇਖਦੀ ਹੁੰਦੀ ਹਾਂ। ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਟੌਪਿਕ ਆ, ਬਹੁਤ ਵੱਡਾ ਟੌਪਿਕ ਆ
ਕਿ ਜਦੋਂ ਖਾਸ ਤੌਰ ਤੇ ਲੈਫਟ ਨੇ ਜਦੋਂ ਪੈਰ ਪਸਾਰਨੇ ਸ਼ੁਰੂ ਕੀਤੇ ਆ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਜਿਹੜੇ ਪੜ੍ਹੇ ਲਿਖੇ ਵਰਗ ਦੇ ਲੋਕ ਸੀ ਉਹਨਾਂ ਨੂੰ ਹੀ ਫੜਿਆ, ਤੇ ਉਹ ਪੜ੍ਹੇ ਲਿਖਿਆਂ ਵਾਸਤੇ ਜਿਹੜੇ ਘੱਟ ਪੜ੍ਹੇ ਲਿਖੇ ਸੀ ਉਹਨਾਂ ਨੂੰ ਡੀਮੀਨ ਕਰਨਾ ਬਹੁਤ ਸੌਖਾ ਸੀਗਾ ਕਿ ਇਹ ਤੇ ਅਨਪੜ੍ਹ ਲੋਕ ਆ, ਤਾਂ ਹੀ ਤਾਂ ਪਰਮਾਤਮਾ ਨੂੰ ਮੰਨੀ ਜਾਂਦੇ ਆ। ਅਸੀਂ ਪੜ੍ਹੇ ਲਿਖੇ ਹਾਂ, ਦੇਖੋ ਅਸੀਂ ਤਰਕ ਨਾਲ ਗੱਲ ਕਰਦੇ ਹਾਂ। ਤਰਕ ਆਪਣੇ ਆਪ ਦੇ ਵਿੱਚ ਇੱਕ ਡਿਬੇਟ ਦਾ ਵਿਸ਼ਾ ਹੈ। ਤੁਸੀਂ ਕਿਹਨੂੰ ਤਰਕ ਕਹਿ ਸਕਦੇ ਹੋ? ਜਦੋਂ ਕਹਿੰਦੇ ਨਾ ਅਸੀਂ ਸੱਚ ਬੋਲਦੇ ਹਾਂ, ਮੇਰਾ ਸੱਚ ਹੋਰ ਹੋਊਗਾ, ਭਾਈ ਤੁਹਾਡਾ ਸੱਚ ਕੁਛ ਹੋਰ ਹੋਊਗਾ। ਹਰ ਇੱਕ ਬੰਦੇ ਦੀ ਇੰਟਰਪ੍ਰੀਟੇਸ਼ਨ ਆਪਣੀ ਵੱਖਰੀ ਵੱਖਰੀ ਹੁੰਦੀ ਆ। ਪਰ ਕਿੱਦਾਂ ਕੋਈ ਚੀਜ਼ਾਂ, ਕਿਉਂਕਿ ਜਿਹੜੇ ਲੋਕ ਪੜ੍ਹੇ ਲਿਖੇ ਹੁੰਦੇ ਨਾ ਉਹਨਾਂ ਕੋਲੇ ਮਾਧਿਅਮ ਜ਼ਿਆਦਾ ਹੈ ਬੋਲਣ ਦੇ, ਜਿਹੜੇ ਵਿਚਾਰੇ ਘੱਟ ਪੜ੍ਹੇ ਲਿਖੇ ਹੁੰਦੇ ਉਹਨਾਂ ਕੋਲ ਮਾਧਿਅਮ ਘੱਟ ਹੁੰਦੇ ਆ ਬੋਲਣ ਦੇ, ਉਹ ਆਪਣੀ ਗੱਲ ਕਰ ਨਹੀਂ ਪਾਉਂਦੇ। ਜਿਹੜੇ ਪੜ੍ਹੇ ਲਿਖੇ ਆਪਣੇ ਆਪ ਦੇ ਵਿੱਚ ਬੰਦੇ ਹੁੰਦੇ ਆ, ਉਹ ਰੌਲਾ ਇੰਨਾ ਕੁ ਪਾ ਦਿੰਦੇ ਆ ਕਿ ਉਹਨਾਂ ਦੀ ਆਵਾਜ਼ ਦੱਬ ਜਾਂਦੀ ਆ। ਐਂਡ ਦੈਟ ਇਜ਼ ਹਾਊ ਉਹ ਆਰਥੋਡਾਕਸ ਬਣ ਜਾਂਦੇ ਆ, ਤੇ ਇਹ ਜਿਹੜੇ ਆ ਮਾਡਰਨ ਬਣ ਜਾਂਦੇ ਆ। ਸੋ ਇਹ ਜਿਹੜੀ ਬਾਈਨਰੀ ਕੰਸਟਰਕਟ ਹੋ ਜਾਂਦੀ ਆ, ਔਰ ਇਸੇ ਬਾਈਨਰੀ ਨੇ, ਤੁਸੀਂ ਇਤਿਹਾਸ ਫਰੋਲ ਲਿਓ, ਵੈਸਟਰਨ ਕੰਟਰੀਜ਼ ਨੇ ਪੂਰੀ ਦੁਨੀਆ ਉੱਤੇ ਰਾਜ, ਆ ਜਿਹੜੇ ਦੇਸ਼ 'ਚ ਆਪਾਂ ਬੈਠੇ ਹਾਂ, ਬ੍ਰਿਟੇਨ ਨੇ ਪੂਰੀ ਦੁਨੀਆ ਉੱਤੇ ਰਾਜ ਇਸੇ ਬਾਈਨਰੀ ਨੂੰ ਕੰਸਟਰਕਟ ਕਰਕੇ ਕੀਤਾ ਕਿ ਅਸੀਂ ਮਾਡਰਨ ਆ, ਤੁਸੀਂ ਆਰਥੋਡਾਕਸ ਹੋ, ਅਸੀਂ ਚੰਗੇ ਲੋਕ ਆ, ਤੁਸੀਂ ਬਾਰਬੇਰੀਅਸ ਲੋਕ ਹੋ। ਇਸੇ ਜਿਹੜਾ ਨਾ ਉਹ ਦੋ ਬਾਈਨਰੀਜ਼ ਵਿੱਚ ਵੰਡ ਕੇ ਲੋਕਾਂ ਦੇ ਉੱਤੇ ਰਾਜ ਕੀਤਾ, ਔਰ ਇਸੇ ਚੱਕਰ 'ਚ ਆਪਾਂ ਫਸਦੇ ਜਾਂਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਆਪਣੇ ਗੁਰਦੁਆਰਿਆਂ ਦਾ ਨਾਮ ਗੁਰੂ ਘਰ ਕਰਨ ਦੇ ਵਿੱਚ, ਹਰਮੰਦਰ ਕਰਨ ਦੇ ਵਿੱਚ 1 ਮਿੰਟ ਲਾਉਂਦੇ ਹਾਂ। ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਕੋਲੇ ਦਰਬਾਰ ਸਾਹਿਬ ਦੀ ਹੈ। ਦਰਬਾਰ ਸਾਹਿਬ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਵੀ ਜਦੋਂ ਜ਼ਿਕਰ ਕਰਦੇ ਨੇ, ਤੇ ਉਹ ਗੁਰਦਰਬਾਰ ਦਾ ਜ਼ਿਕਰ ਕਰਦੇ ਨੇ, ਉੱਥੇ ਉਹ ਮੰਦਰ ਦਾ ਜ਼ਿਕਰ ਨਹੀਂ ਕਰਦੇ। ਪਰ ਔਰ ਜਿਹੜਾ ਗੋਲਡਨ ਟੈਂਪਲ ਤਾਂ ਉਹ ਬਣਿਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ, ਜਦੋਂ ਸੋਨਾ ਚੜਾਇਆ ਗਿਆ, ਔਰ ਉਹ 19ਵੀਂ ਸਦੀ ਹੈ। ਅਸੀਂ ਕੀ ਕੀਤਾ ਹੈ ਕਿ ਉਹ 19ਵੀਂ ਸਦੀ ਵਾਲੀ ਰੈਫਰੈਂਸ, ਕਿਉਂਕਿ ਸਾਨੂੰ ਫੀਡ ਕਰ ਦਿੱਤੀ ਗਈ ਹੈ, ਅਸੀਂ ਉਹਨੂੰ ਗੋਲਡਨ ਟੈਂਪਲ ਹੀ ਕਹੀ ਜਾਂਦੇ ਹਾਂ। ਮੇਰੇ ਵਰਗੇ ਕਹੀ ਜਾਂਦੇ ਆ। ਜਦੋਂ ਕਿਸੇ ਨੂੰ ਪੁੱਛੋ ਕੀ ਹੈ ਜੀ ਇਹ ਗੋਲਡਨ ਟੈਂਪਲ ਹੈ, ਉਹਦਾ ਰੀਜ਼ਨ ਕੀ ਹੈ? ਅਗਲਿਆਂ ਨੇ ਗੋਲਡਨ ਟੈਂਪਲ ਮੇਲ ਚਲਾਈ, ਉੱਥੇ ਗੋਲਡਨ ਟੈਂਪਲ ਸੜਕ ਦਾ ਨਾਮ ਰੱਖ ਦਿੱਤਾ। ਹਰ ਇੱਕ ਤਰੀਕੇ ਨਾਲ ਉਹ ਨੈਰੇਟਿਵ ਸਾਡੇ ਆਸ-ਪਾਸ ਇੰਨਾ ਸਟਰੋਂਗ ਕਰ ਦਿੱਤਾ ਕਿ ਸਾਨੂੰ ਇਹ ਭੁੱਲ ਹੀ ਗਿਆ ਕਿ ਉਹ ਦਰਬਾਰ ਸਾਹਿਬ ਹੈ, ਉਹ ਗੋਲਡਨ ਟੈਂਪਲ ਨਹੀਂ ਹੈ। ਹੁਣ ਸ਼ਾਇਦ ਆਪ 'ਚੋਂ ਕੋਈ ਕਹੂਗਾ ਕਿ ਫਰਕ ਕੀ ਪੈਂਦਾ ਆ, ਗੋਲਡਨ ਟੈਂਪਲ ਕਹਿਣਾ, ਹਰਮੰਦਰ ਕਹਿਣਾ ਜਾਂ ਦਰਬਾਰ ਸਾਹਿਬ ਕਹਿਣਾ, ਫਰਕ ਕੀ ਪੈਂਦਾ? ਬਹੁਤ ਫਰਕ ਪੈਂਦਾ। ਪਹਿਲਾ ਫਰਕ ਤਾਂ ਇਹੀ ਹੈ ਕਿ ਜਿਸ ਨੇ ਉਸ ਜਗ੍ਹਾ ਨੂੰ ਕੰਸਟਰਕਟ ਕੀਤਾ ਹੈ ਉਹਨੇ ਉਹਦਾ ਨਾਮ ਕੀ ਰੱਖਿਆ, ਜਿਸ ਦੀ ਉਹ ਕਲਪਨਾ ਸੀ ਉਹਨੇ ਉਹਦਾ ਨਾਮ ਕੀ ਰੱਖਿਆ। ਮੈਂ ਕੌਣ ਹੁੰਨੀ ਆ ਤੁਹਾਡੇ ਘਰ ਜਾ ਕੇ ਇਹ ਕਹਿਣ ਵਾਲੀ ਕਿ ਆਹ ਜਿਹੜਾ ਫਰਨੀਚਰ ਹੈ ਨਾ ਇਹ ਮੈਨੂੰ ਵਧੀਆ ਲੱਗਦਾ, ਬਦਲ ਦਿਓ। ਸੋ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਗੁਰਦਰਬਾਰ ਦਾ ਹੀ ਜ਼ਿਕਰ ਕੀਤਾ, ਉਹਨਾਂ ਨੇ ਹਰਮੰਦਰ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਗੋਲਡਨ ਟੈਂਪਲ ਦਾ ਜ਼ਿਕਰ ਨਹੀਂ ਕੀਤਾ। ਤੋ ਆਪਾਂ ਕੌਣ ਹੁੰਨੇ ਆ? ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਿਹੜੀ ਕਲਪਨਾ, ਜੋ ਉਹਨਾਂ ਨੇ ਹਕੀਕੀ ਰੂਪ ਦੇ ਵਿੱਚ ਇੱਕ ਸਿੱਖਾਂ ਨੂੰ ਉਹਨਾਂ ਦੀ ਸੈਂਟਰ ਆਫ ਸਪਿਰਿਚੁਅਲਿਟੀ ਦਿੱਤਾ, ਅਸੀਂ ਕੌਣ ਹੁੰਨੇ ਆ ਜਾ ਕੇ ਉਹਦਾ ਨਾਮ ਆਪਣੀ ਮਰਜ਼ੀ ਨਾਲ ਬਦਲ ਦੇਣ ਵਾਲੇ? ਸਾਨੂੰ ਇਹ ਦੇਖਣਾ ਪਊਗਾ। ਦੂਸਰੀ ਗੱਲ, ਜਿਹੜਾ ਦਰਬਾਰ ਹੋਇਆ ਕਰਦਾ ਨਾ ਉਹ ਸੋਵਰਨਿਟੀ ਦਾ ਸਬੂਤ ਹੁੰਦਾ ਹੈ। ਦਰਬਾਰ ਹਵਾ ਵਿੱਚ ਕੀਤੀ ਹੋਈ ਗੱਲ ਨਹੀਂ। ਦਰਬਾਰ ਜਦੋਂ ਜਿੱਥੇ ਦਰਬਾਰ ਦੀ ਗੱਲ ਆਊਗੀ ਉੱਥੇ ਰਾਜੇ ਦੀ ਗੱਲ ਆਊਗੀ, ਉੱਥੇ ਰਾਜ ਦੀ ਗੱਲ ਆਊਗੀ। ਹੁਣ ਦਰਬਾਰ ਹੋਊਗਾ ਤਾਂ ਰਾਜੇ ਵੀ ਹੋਣਗੇ ਤੇ ਮਹਾਰਾਜੇ ਔਰ ਉਹਨਾਂ ਦਾ ਰਾਜ ਵੀ ਹੋਊਗਾ। ਪਰ ਜਦੋਂ ਆਪਾਂ ਉਸੇ ਹੀ ਦਰਬਾਰ ਨੂੰ ਗੋਲਡਨ ਟੈਂਪਲ ਬਣਾ ਲਿਆਂਗੇ ਤਾਂ ਫਿਰ ਉਹ ਸਿਰਫ ਟੈਂਪਲ ਰਹਿ ਜਾਊਗਾ, ਹਰਮੰਦਰ ਬਣਾ ਲਾਂਗੇ ਸਿਰਫ ਮੰਦਰ ਰਹਿ ਜਾਊਗਾ, ਔਰ ਇਹਦੇ ਵਿੱਚ ਸਾਡੀ ਜਿਹੜੀ ਉਹ ਸੋਵਰੈਨਿਟੀ ਵਾਲੀ ਗੱਲ ਆ ਉਹ ਕਿਤੇ ਖਤਮ ਹੋ ਜੂਗੀ। ਹੁਣ ਇਸ ਤੋਂ ਬਾਅਦ ਅਗਲੀਆਂ ਡਿਬੇਟਸ ਸ਼ੁਰੂ ਹੋ ਜਾਣਗੀਆਂ ਕਿ ਨਹੀਂ ਜਿਹਦੇ 4 ਦਰਵਾਜ਼ੇ, ਆਈ ਐਗਰੀ। ਅਗਰ ਉਹੋ ਜਿਹੇ ਕੋਈ ਕੁਐਸਚਨ ਹੋਣਗੇ ਤਾਂ ਮੈਨੂੰ ਲਿਖ ਕੇ ਭੇਜ ਦਿਓ, ਕਿਉਂਕਿ ਅੱਜ ਵਾਲਾ ਜਿਹੜਾ ਫਿਰ ਇਹ ਬਹੁਤ ਲੰਬਾ ਹੋ ਜਾਣਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਸਾਨੂੰ ਇਹ ਦੇਖਣੀਆਂ ਪੈਣਗੀਆਂ ਕਿ ਨਾਵਾਂ ਦੇ ਵਿੱਚ ਬਹੁਤ ਕੁਝ ਰੱਖਿਆ ਹੁੰਦਾ। ਬਹੁਤ ਲੋਕ ਕਹਿੰਦੇ ਨਾਵਾਂ ਦੇ ਵਿੱਚ ਕੁਝ ਨਹੀਂ। ਠੀਕ ਆ, ਫਿਰ ਮੈਂ ਅੱਜ ਤੋਂ ਆਪਾਂ ਜਿਹੜਾ ਵੀ ਤੁਹਾਨੂੰ ਇਹ ਕਹੇ ਕਿ ਨਾਂ ਦੇ ਵਿੱਚ ਕੀ ਰੱਖਿਆ ਹੁੰਦਾ, ਤੁਸੀਂ ਦਰਬਾਰ ਸਾਹਿਬ ਕਹੀ ਜਾਓ, ਤੁਸੀਂ ਗੋਲਡਨ ਟੈਂਪਲ ਕਹੀ ਜਾਓ, ਕੋਸ਼ਿਸ਼ ਕਰਿਓ ਜੇ ਉਸ ਬੰਦੇ ਨੂੰ, ਕਿਉਂਕਿ ਅੱਜ ਤੋਂ ਮੈਂ ਤੇਰਾ ਨਾਮ, ਅਗਰ ਤੇਰਾ ਨਾਮ ਇਹ ਹੈ, ਮੈਂ ਤੇਰਾ ਨਾਮ ਅੱਜ ਤੋਂ ਬੀ ਰੱਖਦਾ, ਚੱਲੂਗਾ? ਨਹੀਂ ਚੱਲੂਗਾ। ਸਾਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਬੱਚੇ ਜਿਹੜੇ ਆ, ਆਪਾਂ ਉਹਨਾਂ ਦੇ ਨਾਮ ਕੁਛ ਰੱਖਦੇ ਹਾਂ, ਮੰਨ ਲਓ ਬਾਹਰ ਜਾ ਕੇ ਉਹਨਾਂ ਨੂੰ ਕੋਈ ਹੋਰ ਨਾਮ ਦੇ ਨਾਲ, ਮੈਂ ਕਿਸੇ ਹੋਰ ਨਾਮ ਨਾਲ ਬੁਲਾਉਣ ਲੱਗ ਜਾ, ਤੁਹਾਨੂੰ ਚੱਲੂਗਾ? ਨਹੀਂ ਚੱਲੂਗਾ। ਜਦੋਂ ਅਸੀਂ ਆਪਣੇ ਘਰਾਂ 'ਚ ਇਹ ਚੀਜ਼ਾਂ ਲਾਗੂ ਨਹੀਂ ਕਰ ਸਕਦੇ, ਫਿਰ ਅਸੀਂ ਕੌਣ ਹੁੰਨੇ ਆ ਇਹ ਗੁਰੂ ਦਰਬਾਰ ਦੇ ਵਿੱਚ ਇਹ ਗੱਲਾਂ ਨੂੰ ਲਾਗੂ ਕਰ ਲੈਣ ਵਾਲੇ? ਮੈਨੂੰ ਇਸੇ ਹੀ ਸੰਦਰਭ ਦੇ ਵਿੱਚ ਰਜਿੰਦਰ ਸਿੰਘ ਚੱਜ ਹੋਣਾ ਦੀ ਜਿਹੜੀ ਈਮੇਲ ਆਈ, ਅਗਲੀ ਗੱਲ ਉਹ ਇੰਪੋਰਟੈਂਟ ਆ, ਉਹ ਵੀ ਕਰਨੀ ਜ਼ਰੂਰੀ ਹੈ। ਉਹਨਾਂ ਨੇ ਲਿਖਿਆ, I always thought Gurdwara and Guru Ghar are same, like Jal and Pani are same.
I thought that Dwara is the doorstep, or we call it Dar Daheli, but you said it is gate. I have heard from Professor Darshan Singh that Gurdware Hamra Vyah Jo Hua means we got married through Guru, not in Gurdwara. I don't know what to say. It is confusing. I totally understand. ਮੈਨੂੰ ਬਿਲਕੁਲ ਸਮਝ ਆਉਂਦੀ ਹੈ ਕਿ ਤੁਹਾਡੀ ਕਨਫਿਊਜ਼ਨ ਹੈ ਕਿੱਥੇ। ਮੈਂ ਬਿਲਕੁਲ ਇਸੇ ਲਈ ਮੈਂ ਤੁਹਾਡੀ ਜਿਹੜੀ ਇਹ ਇੰਨੀ ਪੂਰੀ ਈਮੇਲ ਦੇ ਵਿੱਚੋਂ ਇੰਨੀ ਸਟ੍ਰਿਪ ਕੱਟ ਕੇ ਲੈ ਆਈ ਕਿ ਮੈਂ ਇਹਦੇ ਉੱਤੇ ਗੱਲ ਕਰਨੀ ਜ਼ਰੂਰੀ ਆ, ਕਿਉਂਕਿ ਆਪ ਦੇ ਨਾਲ ਹੋਰ ਵੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਦੀ ਕਨਫਿਊਜ਼ਨ ਦੂਰ ਹੋਊਗੀ। ਹੁਣ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਤੁਹਾਡੀ ਪਹਿਲੀ ਲਾਈਨ ਸੀਗੀ ਜਲ ਤੇ ਪਾਣੀ ਵਾਲੀ, ਉਹ ਮੈਨੂੰ ਲੱਗਦਾ ਵੈਸੇ ਹੀ ਕਲੀਅਰ ਹੋ ਗਈ ਹੋਊਗੀ। ਜਿਹੜੀ ਅਗਲੀ ਲਾਈਨ ਹੈ, ਜਦੋਂ ਤੁਸੀਂ ਕਹਿੰਦੇ ਆ ਕਿ ਪ੍ਰੋਫੈਸਰ ਦਰਸ਼ਨ ਸਿੰਘ ਹੁਣਾਂ ਦੀ ਗੱਲ ਕਰਦੇ ਹਾਂ ਆਪਾਂ, ਮੈਂ ਉਹਨਾਂ ਨੇ ਬਿਲਕੁਲ ਤੁਹਾਨੂੰ ਗਲਤ ਨਹੀਂ ਦੱਸਿਆ। ਤੁਸੀਂ ਜੋ ਵੀ ਸੁਣਿਆ ਬਿਲਕੁਲ ਗਲਤ ਨਹੀਂ ਸੁਣਿਆ। ਕਨਫਿਊਜ਼ਨ ਕਿੱਥੇ ਆ ਉਹ ਆਪਾਂ ਉਹਦੇ ਬਾਰੇ ਡਿਸਕਸ਼ਨ ਕਰਨੇ ਆ। ਗੁਰੂਦੁਆਰੇ ਹਮਰਾ ਵਿਆਜ ਹੋਆ, ਇਹੀ ਲਾਈਨ। ਹੁਣ ਆਪਾਂ ਨੂੰ ਥੋੜਾ ਜਿਹਾ ਇਹਦੀਆਂ ਡਿਟੇਲਸ ਵੱਲ ਜਾਣਾ ਪਊਗਾ। ਇਹ ਜਿਹੜੀ ਬਾਣੀ ਹੈ ਉਹ ਉੱਤਰਦੀ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਮਹੱਲੇ ਪਹਿਲੇ ਨੂੰ। ਮਹੱਲਾ ਪਹਿਲਾ ਜਦੋਂ ਗੁਰੂ ਨਾਨਕ ਪਾਤਸ਼ਾਹ ਲਿਖਦੇ ਨੇ, ਉਹ ਆਪਣੇ ਵਿਆਹ ਤੇ ਹੀ ਲਿਖਦੇ ਨੇ, ਗੁਰੂਦੁਆਰੇ ਹਮਰਾ ਵਿਆਹ ਜੋ ਹੋਆ। ਹੁਣ ਸਾਨੂੰ ਇਹ ਦੇਖਣਾ ਪਊਗਾ ਕਿ ਗੁਰੂ ਨਾਨਕ ਕਹਿ ਰਹੇ ਨੇ ਕਿ ਮੇਰਾ ਵਿਆਹ ਗੁਰੂ ਦੇ ਦੁਆਰਾ ਹੋਇਆ, ਪਰ ਹੁਣ ਗੁਰੂ ਨਾਨਕ ਦਾ ਗੁਰੂ ਹੈ ਕੌਣ ਜਿਹਦੇ ਦੁਆਰਾ ਉਹਨਾਂ ਦਾ ਵਿਆਹ ਹੋਇਆ, ਇਹ ਸਮਝਣਾ ਪਊਗਾ। ਤਾਂ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਬਕਾਇਦਾ ਦੱਸਦੇ ਨੇ ਸਾਨੂੰ। ਜਦੋਂ ਉਹਨਾਂ ਨੂੰ ਸਿੱਧ ਪੁੱਛਦੇ ਨੇ ਤਾਂ ਗੁਰੂ ਮਹਾਰਾਜ ਦੱਸਦੇ ਨੇ ਸ਼ਬਦ ਗੁਰੂ ਸੁਰਤ ਤੁੰਜੇਰਾ, ਹੈ ਨਾ। ਤਾਂ ਉਹ ਸ਼ਬਦ ਗੁਰੂ ਹੈ, ਗੁਰੂ ਨਾਨਕ ਦਾ ਗੁਰੂ ਸ਼ਬਦ ਹੈ। ਹੁਣ ਜੇ ਗੁਰੂ ਨਾਨਕ ਪਾਤਸ਼ਾਹ ਆਪਣੇ ਬਾਰੇ ਦੱਸ ਰਹੇ ਨੇ ਗੁਰੂਦੁਆਰੇ ਹਮਰਾ ਵਿਆਹ ਜੋ ਹੋਆ, ਔਰ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਗੁਰੂ ਦੇ ਦੁਆਰਾ ਮੇਰਾ ਵਿਆਹ ਹੋਇਆ, ਗੁਰਦੁਆਰੇ ਦੇ ਵਿੱਚ ਅਗਰ ਉਹ ਨਹੀਂ ਕਹਿ ਰਹੇ ਤਾਂ ਤਾਂ ਉਹ ਜਿਹੜਾ ਗੁਰੂ ਹੈ ਉਹ ਸ਼ਬਦ ਗੁਰੂ ਦੇ ਦੁਆਰਾ ਉਹਨਾਂ ਦਾ ਵਿਆਹ ਹੋਇਆ। ਹੁਣ ਇਸੇ ਹੀ ਗੱਲ ਨੂੰ ਆਪਾਂ ਸਮਝੀਏ, ਸ਼ਬਦ ਗੁਰੂ ਦੇ ਦੁਆਰਾ ਵਿਆਹ ਹੋਇਆ, ਔਰ ਸ਼ਬਦ ਗੁਰੂ ਜਿਹੜਾ ਹੈ ਉਹਦੀ ਕਦੀ ਵੀ ਕੋਈ ਇੱਕ ਘਰ ਨਹੀਂ ਹੋ ਸਕਦਾ। ਕਿਰਨਪ੍ਰੀਤ ਦਾ ਇੱਕ ਘਰ ਹੋ ਸਕਦਾ, ਰਜਿੰਦਰ ਸਿੰਘ ਜੀ ਹੁਣਾਂ ਦਾ ਇੱਕ ਘਰ ਹੋ ਸਕਦਾ, ਸਾਡੇ ਆਪਣੇ ਐਡਰੈਸਿਸ ਹੋ ਸਕਦੇ ਨੇ, ਪਰ ਸ਼ਬਦ ਗੁਰੂ ਦਾ ਕੋਈ ਇੱਕ ਐਡਰੈਸ ਨਹੀਂ ਹੋ ਸਕਦਾ, ਕਿਉਂਕਿ ਉਹ ਸਰਬ ਵਿਆਪਕ ਹੈ, ਉਹ ਹਰ ਜਗ੍ਹਾ ਦੇ ਉੱਤੇ ਹੈ ਨਾ। ਸ਼ਬਦ ਗੁਰੂ ਹਰ ਇੱਕ ਜਗ੍ਹਾ ਦੇ ਉੱਤੇ, ਜਿੱਥੇ ਜਿੱਥੇ ਵੀ ਆਪਾਂ ਦੇਖੀਏ, ਉਹ ਜੀਵ ਵਿੱਚ ਵੀ ਹੈ, ਹਰ ਇੱਕ ਜਗ੍ਹਾ ਦੇ ਉੱਤੇ ਉਹ ਮੌਜੂਦ ਹੈ। ਤਾਂ ਉਹਦਾ ਇੱਕ ਐਡਰੈਸ ਨਹੀਂ ਹੋ ਸਕਦਾ, ਇਸ ਕਰਕੇ ਉਹਦਾ ਗੁਰਦੁਆਰਾ ਜਾਂ ਇੱਕ ਜਿਹੜਾ ਕੋਈ ਵੀ ਕਿਸੇ ਵੀ ਬਿਲਡਿੰਗ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਦਾ ਦਰ ਹੈ। ਇਸੇ ਲਈ ਇਹੀ ਗੱਲ ਮੈਂ ਕਹੀ ਸੀਗੀ ਕਿ ਗੁਰੂ ਘਰ ਹੋਣਾ ਜਿਹੜਾ ਨਾ, ਉਹ ਸੌਰੀ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਸੀਗੀ ਕਿ ਗੁਰੂ ਘਰ ਵਰਡ ਜਿਹੜਾ ਇਸੇ ਲਈ ਗਲਤ ਹੈ, ਆਪਣੇ ਆਪ ਦੇ ਵਿੱਚ ਗਲਤ ਹੈ। ਜੇ ਤੁਹਾਡੀ ਇਸ ਪੰਕਤੀ ਦਾ ਵੀ ਹਵਾਲਾ ਲਈਏ ਤਾਂ ਗੁਰੂ ਨਾਨਕ ਪਾਤਸ਼ਾਹ ਗੁਰੂਦੁਆਰੇ ਦੀ ਜਿਹੜੀ ਗੱਲ ਕਰ ਰਹੇ ਨੇ, ਉਹ ਜਿਹੜੇ ਗੁਰੂ ਦੀ ਗੱਲ ਕਰ ਰਹੇ ਨੇ ਉਹ ਸ਼ਬਦ ਗੁਰੂ ਦੀ ਗੱਲ ਕਰ ਰਹੇ ਨੇ, ਔਰ ਸ਼ਬਦ ਗੁਰੂ ਦਾ ਇੱਕ ਘਰ ਨਹੀਂ ਹੋ ਸਕਦਾ। ਸ਼ਬਦ ਗੁਰੂ ਸਾਰੀ ਜਗ੍ਹਾ ਦੇ ਉੱਤੇ ਵਿਆਪਕ ਹੈ। ਉਸ ਸ਼ਬਦ ਗੁਰੂ ਜੋ ਘਟ ਘਟ ਵਿੱਚ ਰਮਿਆ ਹੋਇਆ ਹੈ, ਜੋ ਆਦ ਜੁਗਾਦ ਸੱਚ ਹੈ, ਜੋ ਨਾ ਮਰਦਾ ਨਾ ਜੀਂਦਾ ਹੈ, ਜੋ ਨਿਰਵੈਰ ਤੇ ਨਿਰਭਉ ਹੈ, ਜੋ ਇੱਕ ਵੀ ਹੈ ਤੇ ਓੰਕਾਰ ਵੀ ਹੈ। ਉਸ ਦੀ ਦੁਨੀਆ ਜਿਹੜੀ ਹੈ, ਦੁਨੀਆ ਦਾ ਗੇਟਵੇ, ਉਸ ਦੀ ਦੁਨੀਆ, ਉਸ ਸ਼ਬਦ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰਨ ਦਾ ਜਿਹੜਾ ਗੇਟਵੇ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਗੁਰਦੁਆਰਾ। ਉਸ ਨੂੰ ਆਪਾਂ ਕਹਿੰਦੇ ਹਾਂ ਕਿ ਉਸ ਤੋਂ ਅੱਗੇ, ਕਿਉਂਕਿ ਉਸ ਤੋਂ ਅੱਗੇ ਫਿਰ ਬਾਉਂਡਰੀਜ਼ ਨਹੀਂ ਰਹਿ ਜਾਂਦੀਆਂ। ਹੁਣ ਬਹੁਤ ਸਾਰੀ ਅਗਲੀ ਜਿਹੜੀ ਗੱਲ ਹੈ, ਇਹਨੂੰ ਆਪਾਂ ਫਿਰ ਕਨਫਿਊਜ਼ ਨਾ ਕਰੀਏ, ਤਾਂ ਆਪਾਂ ਇਹਨੂੰ ਸਮਝੀਏ ਕਿ ਜਿੱਦਾਂ ਸਕੂਲ ਇਜ਼ ਨਾਟ ਐਜੂਕੇਸ਼ਨ, ਹੈ ਨਾ। ਸਕੂਲ ਤੇ ਐਜੂਕੇਸ਼ਨ ਇੱਕੋ ਗੱਲ ਨਹੀਂ ਆ, ਪਰ ਸਕੂਲ ਜਿਹੜਾ ਹੈ ਦੈਟ ਇਜ਼ ਦੀ ਗੇਟਵੇ ਆਫ ਐਜੂਕੇਸ਼ਨ। ਜਿੱਥੇ ਜਾ ਕੇ ਤੁਸੀਂ ਆਪਣੀ ਕੌਨਸ਼ੀਅਸਨੈਸ ਖੋਲ੍ਹ ਸਕਦੇ ਆ, ਉੱਥੇ ਜਾ ਉਸ ਜਗ੍ਹਾ ਨੂੰ ਕਹਿੰਦੇ ਨੇ ਗੁਰਦੁਆਰਾ। ਹੁਣ ਇੱਥੇ ਇੱਕ ਗੱਲ ਹੋਰ ਆ ਸਕਦੀ ਆ ਕਿ ਇਸ ਦਾ ਮਤਲਬ ਹੈ ਜੀ ਤੁਸੀਂ ਇਹ ਕਹਿ ਰਹੇ ਆ ਕਿ ਸਿਰਫ ਗੁਰਦੁਆਰਿਆਂ ਦੇ ਵਿੱਚ ਹੀ ਜਾ ਕੇ ਕੁਛ ਆਊਗਾ, ਮੰਦਿਰ ਦੇ ਵਿੱਚ ਜਾ ਕੇ ਨਹੀਂ ਆਊਗਾ, ਮਸਜਿਦ 'ਚ ਜਾ ਕੇ ਨਹੀਂ ਆਊਗਾ। ਅਸੀਂ ਇਹ ਬਿਲਕੁਲ ਨਹੀਂ ਕਹਿ ਰਹੇ, ਅਸੀਂ ਸਿਰਫ ਆਪਣੇ ਸਿਧਾਂਤ ਦੀ ਗੱਲ ਕਰ ਰਹੇ ਹਾਂ। ਔਰ ਪੂਰੀ ਦੁਨੀਆ ਨੇ, ਹਰ ਕਿਸੇ ਨੇ, ਕਿਉਂਕਿ ਹਰ ਇਨਸਾਨ ਫ੍ਰੀ ਹੈ ਆਪੋ ਆਪਣੇ ਰਾਸਤੇ ਚੁਣਨ ਦੇ ਲਈ। ਪਹਿਲੀ ਗੱਲ ਤਾਂ ਇਹ ਕਿ ਗੁਰੂਦੁਆਰੇ ਦੇ ਵਿੱਚ ਸ਼ਬਦ ਗੁਰੂ, ਕਿਉਂਕਿ ਉਹ ਸ਼ਬਦ ਗੁਰੂ ਦਾ ਗੇਟਵੇ ਹੈ। ਸ਼ਬਦ ਗੁਰੂ ਦੀ ਜਿਹੜੀ ਦੁਨੀਆ ਹੈ ਉਹ ਅਪਾਰ ਹੈ, ਉਹ ਅਸੀਮ ਹੈ। ਸ਼ਬਦ ਗੁਰੂ ਨੂੰ ਫਲਾਈਟ ਲੈਣ ਦੀ ਲੋੜ ਨਹੀਂ, ਸ਼ਬਦ ਗੁਰੂ ਨੇ ਮਰਨਾ ਨਹੀਂ, ਸ਼ਬਦ ਗੁਰੂ ਨੇ ਜੀਣਾ ਨਹੀਂ, ਉਹ ਅਟਲ ਹੈ, ਅਕਾਲ ਪੁਰਖ ਹੈ, ਉਹ ਹਮੇਸ਼ਾ ਤੋਂ ਚੱਲਦਾ ਆ ਰਿਹਾ, ਆਦ ਜੁਗਾਦ ਸੱਚ ਹੈ। ਉਸ ਸ਼ਬਦ ਗੁਰੂ ਨੂੰ ਦੇ ਬਾਰੇ ਦੱਸਣ ਵਾਸਤੇ, ਕਿਉਂਕਿ ਉਸ ਸ਼ਬਦ ਗੁਰੂ ਨੂੰ ਮਿਲਣ ਵਾਸਤੇ ਜਿਹੜੀ ਚੇਲਾ ਹੋਊਗਾ ਉਹ ਇਨਸਾਨੀ ਸਰੀਰ ਨਹੀਂ ਹੋ ਸਕਦਾ, ਉਹ ਤੁਹਾਡੀ ਸੁਰਤ ਹੋ ਸਕਦੀ ਹੈ। ਏਡੀ ਵਿਸ਼ਾਲ ਸਿਧਾਂਤ ਦੇ ਨਾਲ ਲੜ ਲੱਗਣ ਦੇ ਲਈ ਤੁਹਾਡੀ ਸੁਰਤ, ਤਾਂ ਹੀ ਗੁਰੂ ਨਾਨਕ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਤੁਨ ਚੇਲਾ।
ਉਹ ਇਹ ਨਹੀਂ ਕਹਿੰਦੇ ਕਿ ਸ਼ਬਦ ਗੁਰੂ ਤੇ ਮੈਂ ਚੇਲਾ, ਨਾ, ਇਹ ਨਹੀਂ ਕਹਿੰਦੇ। ਉਹ ਸੁਰਤ ਨੂੰ ਹੀ ਉਹਦਾ ਚੇਲਾ, ਕਿਉਂਕਿ ਜੋ ਸ਼ਬਦ ਹੈ ਜੋ ਹਰ ਜਗ੍ਹਾ ਤੇ ਵਿਆਪਕ ਹੈ, ਉਸ ਨੂੰ ਸਮਝਣ ਦੇ ਲਈ, ਉਸ ਦੇ ਲੜ ਲੱਗਣ ਦੇ ਲਈ ਸਾਨੂੰ ਆਪਣੀ ਜਿਹੜੀ ਕੌਨਸ਼ੀਅਸਨੈਸ ਹੈ ਉਹਨੂੰ ਖੋਲ੍ਹਣਾ ਪਊਗਾ। ਔਰ ਕੌਨਸ਼ੀਅਸਨੈਸ ਨੂੰ ਖੋਲ੍ਹਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜਾ ਸਾਡਾ ਕਰੈਕਟਰ ਹੈ, ਜੋ ਕਿਉਂਕਿ ਜਿਹੜਾ ਸਰੀਰ ਹੈ ਇਹ ਉਹਦਾ ਜ਼ਰੀਆ ਵੀ ਤਾਂ ਹੈ ਨਾ, ਇਸ ਸਰੀਰ ਨੂੰ ਵੀ ਸਾਨੂੰ ਟ੍ਰੇਨ ਕਰਨਾ ਪਊਗਾ, ਕਿਉਂਕਿ ਕੌਨਸ਼ੀਅਸਨੈਸ ਇਹਦੇ ਵਿੱਚ ਹੀ ਬੈਠੀ ਹੋਈ ਹੈ ਇਸ ਟਾਈਮ ਤੇ, ਹੈ ਨਾ। ਜਿਹੜੀ ਆਪਾਂ ਪਿਛਲੇ ਵਾਰੀ ਗੱਲ ਕੀਤੀ ਸੀਗੀ ਕਿ 9 ਦੁਆਰੇ ਇਸ ਸਰੀਰ ਦੇ ਵਿੱਚ ਪ੍ਰਗਟ ਕੀਤੇ ਆ ਤੇ 10ਵਾਂ ਦੁਆਰ ਜਿਹੜਾ ਉਹ ਗੁਪਤ ਆ। ਹੁਣ ਉਸ 10ਵੇਂ ਦੁਆਰ ਨੂੰ ਖੋਲਣ ਦੇ ਜਿਹੜਾ ਰਸਤਾ ਹੈ ਉਹ ਗੁਰਦੁਆਰੇ, ਕਿਉਂਕਿ ਗੁਰਦੁਆਰੇ ਜਾ ਕੇ ਸਾਨੂੰ ਮਿਲਦਾ ਹੈ। ਸੋ ਇਹ ਜਿਹੜੀ ਗੱਲ ਹੈ ਨਾ, ਇਹਨੂੰ ਆਪਾਂ ਸਮਝੀਏ ਗੁਰੂਦੁਆਰੇ। ਹੁਣ ਪ੍ਰੋਬਲਮ ਕਿੱਥੇ ਹੈ, ਤੁਹਾਡੀ ਕਨਫਿਊਜ਼ਨ ਕਿਉਂ ਹੈ? ਕਿਉਂਕਿ ਅਸੀਂ ਗੁਰੂ ਨੂੰ ਇੱਕ ਕੋਈ ਬਿਲਕੁਲ ਵਾਈਟ ਕਲਰ ਦੀ ਦਾੜੀ ਵਾਲਾ, ਹੈ ਨਾ, ਕੋਈ ਚਿੱਟੇ ਕੱਪੜੇ ਪਾ ਕੇ ਬੈਠਾ ਇੱਕ ਇਨਸਾਨ ਸਮਝਦੇ ਆ, ਜਦ ਕਿ ਸਾਡਾ ਗੁਰੂ ਸ਼ਬਦ ਗੁਰੂ ਹੈ। ਹੁਣ ਜਿਹੜਾ ਗੁਰਦੁਆਰਾ ਹੈ, ਜਦੋਂ ਸ਼ਬਦ ਗੁਰੂ ਦੇ ਦੁਆਰੇ, ਹੈ ਨਾ, ਔਰ ਉਹ ਜਿਹੜਾ ਗੁਰਦੁਆਰਾ ਹੈ ਤੇ ਜਦੋਂ ਉਹਦੇ ਅੰਦਰ ਆਪਾਂ ਕਹਿੰਦੇ ਆ ਗੇਟਵੇ ਆ, ਤਾਂ ਉੱਥੇ ਵੀ ਉਹੀ ਹੈ। ਜਿਸ ਗੁਰੂ ਦੇ ਦੁਆਰ, ਜਿਸ ਨੇ ਸਾਨੂੰ ਸਾਡੀ ਕੌਨਸ਼ੀਅਸਨੈਸ ਨੂੰ ਖੋਲਣੀ ਹੈ, ਉਹ ਵੀ ਉਹੀ ਹੈ, ਔਰ ਜਿਸ ਦੇ ਲਈ ਖੋਲਣੀ ਹੈ ਉਹ ਵੀ ਉਹੀ ਹੈ। ਸੋ ਹਰ ਜਗ੍ਹਾ ਦੇ ਉੱਤੇ ਉਹੀ ਹੈ। ਤੂੰ ਹੀ ਮੇਰੇ 'ਚ ਕੁਛ ਨਹੀਂ ਹੈ। ਤਾਂ ਹੀ ਇਹੀ ਗੱਲ ਹੈ ਕਿ ਜਦੋਂ ਸਾਡੇ 'ਚੋਂ ਮੈਂ ਮਰਦੀ ਹੈ ਤੇ ਤੂੰ ਰਹਿ ਜਾਂਦਾ। ਆਈ ਥਿੰਕ ਕਿ ਮੈਂ ਥੋੜ੍ਹਾ ਬਹੁਤ ਇਹਨੂੰ ਕਲੀਅਰ, ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਐਕਸਪੀਰੀਅੰਸ ਦੀ ਚੀਜ਼ ਹੈ। ਮੈਂ ਜੋ ਵੀ ਗੱਲਾਂ ਕੀਤੀਆਂ ਰਿਕਾਰਡ ਕਰਕੇ ਤੁਸੀਂ ਬਾਰ-ਬਾਰ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਕਹਿ ਰਹੀ ਹਾਂ, ਬਾਰ-ਬਾਰ ਸੁਣਨ ਦੀ ਕੋਸ਼ਿਸ਼ ਕਰਿਓ। ਹੋ ਸਕਦਾ ਮੈਂ ਥੋੜ੍ਹਾ ਬਹੁਤ ਸੈਂਸ ਕਰਦੀ ਹੋਊਂਗੀ। ਅਗਰ ਤੁਹਾਨੂੰ ਫਿਰ ਵੀ ਲੱਗੇ ਕਿ ਕਨਫਿਊਜ਼ਨ ਹੈ, ਨੋ ਪ੍ਰੋਬਲਮ ਐਟ ਆਲ, ਤੁਸੀਂ ਮੈਨੂੰ ਲਿਖ ਦਿਓ, ਆਪਾਂ ਗੱਲ ਵੀ ਕਰ ਲਾਂਗੇ, ਹੈ ਨਾ। ਕਿਉਂਕਿ ਪ੍ਰੋਬਲਮ ਇਹੀ ਆ ਕਿ ਆਪਾਂ ਅੱਧੀਆਂ ਗੱਲਾਂ ਨੂੰ ਜਿਹੜੀਆਂ ਉਹ ਖਾਲੀ ਨਹੀਂ ਛੱਡਣਾ, ਆਪਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਹੱਲ ਕਰਨਾ। ਜੇ ਕਨਫਿਊਜ਼ਨਸ ਫਿਰ ਵੀ ਰਹਿ ਗਈਆਂ ਤਾਂ ਫਿਰ ਤਾਂ ਪ੍ਰੋਗਰਾਮ ਦਾ ਫਾਇਦਾ ਹੀ ਕੋਈ ਨਹੀਂ। ਕੋਸ਼ਿਸ਼ ਕਰਨੀ ਆ ਕਿ ਇਹਨਾਂ ਕਨਫਿਊਜ਼ਨਸ ਦੇ ਵਿੱਚੋਂ ਹੀ ਅਸੀਂ ਇੱਕ ਡਾਇਰੈਕਸ਼ਨ ਵੱਲ ਚੱਲੀਏ ਔਰ ਇੱਕ ਕਲੈਰਿਟੀ ਵੱਲ ਚੱਲੀਏ, ਹੈ ਨਾ। ਤੇ ਇਸ ਦੇ ਲਈ ਅਗਰ ਗੱਲ ਵੀ ਮੈਨੂੰ ਤੁਹਾਡੇ ਨਾਲ ਪਰਸਨਲੀ ਗੱਲ ਕਰਨੀ ਪਈ, ਆਈ ਡੋਂਟ ਹੈਵ ਐਨੀ ਪ੍ਰੋਬਲਮ, ਠੀਕ ਹੈ। ਸੋ ਤੁਸੀਂ ਜ਼ਰੂਰ ਇਹਨੂੰ ਸੁਣਿਓ, ਬਾਰ-ਬਾਰ ਸੁਣਿਓ। ਆਈ ਥਿੰਕ ਕਿ ਮੈਂ ਕਲੀਅਰ ਕੀਤਾ ਆ, ਬਟ ਅਗਰ ਫਿਰ ਵੀ ਕੋਈ ਚੀਜ਼ ਰਹਿ ਗਈ ਹੋਵੇ ਤਾਂ ਮੈਨੂੰ ਦੱਸ ਦਿਓ। ਪ੍ਰੋਬਲਮ ਕਿੱਥੇ ਆ ਕਿ ਜਿੱਦਾਂ ਸਕੂਲ ਨੂੰ ਐਜੂਕੇਸ਼ਨ ਦੇ ਨਾਲ ਰਿਲੇਟ ਨਹੀਂ ਕੀਤਾ ਜਾ ਸਕਦਾ, ਮਤਲਬ ਸਕੂਲ ਇਜ਼ ਅ ਗੇਟਵੇ ਟੂ ਐਜੂਕੇਸ਼ਨ, ਹੈ ਨਾ। ਬਟ ਅਗਰ ਕਹੀਏ ਕਿ ਐਜੂਕੇਸ਼ਨ ਹੀ ਸਕੂਲ ਆ ਤਾਂ ਗਲਤ ਆ। ਪਰ ਜਦੋਂ ਤੁਸੀਂ ਕੁਝ ਬਣਦੇ ਆ ਤਾਂ ਤੁਸੀਂ ਐਜੂਕੇਸ਼ਨ ਦੇ ਥਰੂ ਹੀ ਬਣਦੇ ਆ। ਤੁਹਾਡਾ ਜ਼ਰੀਆ ਜਿਹੜਾ ਹੈ ਉਹ ਐਜੂਕੇਸ਼ਨ ਹੀ ਬਣਦੀ ਆ। ਬਿਲਕੁਲ ਇਸੇ ਚੀਜ਼ ਨੂੰ ਥੋੜ੍ਹਾ ਜਿਹਾ ਬੈਠ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਿਓ ਜੇ ਕਿ ਜਿਹੜਾ ਗੁਰਦੁਆਰਾ ਹੈ ਉਹ ਉਸ ਸ਼ਬਦ ਗੁਰੂ ਨੂੰ ਪਾਉਣ ਦਾ, ਉਸ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰਨ ਦਾ ਇੱਕ ਰਸਤਾ ਹੈ। ਕਿਉਂਕਿ ਉੱਥੇ ਤੁਹਾਨੂੰ ਲੰਗਰ ਦੀ ਜਿਹੜੀ ਰੀਤ ਹੈ ਉਹਦੇ ਨਾਲ ਤੁਹਾਨੂੰ ਇਕੁਐਲਿਟੀ ਵੀ ਸਿਖਾਈ ਜਾਊਗੀ। ਨਿਰਵੈਰ ਨਿਰਭਉ ਹੋਣਾ ਗੁਰਦੁਆਰਾ ਤੁਹਾਨੂੰ ਸਿਖਾਊਗਾ। ਗੁਰਦੁਆਰਾ ਤੁਹਾਨੂੰ ਉਹ ਖਾਲਸਾ ਬਣਾਉਣ ਦੀ ਕੋਸ਼ਿਸ਼ ਕਰੂਗਾ ਜੋ ਗੁਰੂ ਮਹਾਰਾਜ ਨੇ ਸਾਡੇ ਲਈ ਇੱਕ ਦ੍ਰਿੜ ਕੀਤਾ ਸੀ ਨਿਯਮ। ਅੱਜ ਕੱਲ੍ਹ ਦੇ ਗੁਰਦੁਆਰੇ ਜਿਹੜੇ ਆਪਾਂ ਉਹਨਾਂ ਨੂੰ ਦੁਕਾਨਾਂ ਬਣਾ ਲਿਆ ਨਾ, ਉਹਨਾਂ ਦੀ ਗੱਲ ਮੈਂ ਨਹੀਂ ਕਰ ਰਹੀ। ਮੈਂ ਜਿਹੜੇ ਵਾਕਈ ਧਰਮਸ਼ਾਲਾਵਾਂ ਤੋਂ ਗੁਰਦੁਆਰਾ ਹੋਇਆ ਸੀ ਉਹਦੀ ਗੱਲ ਕਰ ਰਹੀ ਹਾਂ। ਸੋ ਇਹ ਜਿਹੜੀ ਗੱਲ ਹੈ ਨਾ, ਉਹਨੂੰ ਆਪਾਂ, ਕਿਉਂਕਿ ਉੱਥੇ ਉਸ ਗੁਰਦੁਆਰੇ ਦੇ ਥਰੂ ਉਹ ਸਾਰਾ ਓਪਨ ਹੋਊਗਾ। ਜਦੋਂ ਸਾਨੂੰ ਸ਼ਬਦ ਗੁਰੂ ਦੇ ਲੜ ਲੱਗਣ ਦੇ ਲਈ ਸਾਡੀ ਕੌਨਸ਼ੀਅਸਨੈਸ ਖੁੱਲੂਗੀ ਔਰ ਉਹੀ ਸ਼ਬਦ ਗੁਰੂ ਦੇ ਥਰੂ ਸਾਡਾ ਸਾਰਾ ਕੁਝ ਹੋਊਗਾ, ਫਿਰ ਉਹ ਗੁਰਦੁਆਰੇ ਵੀ ਹੋ ਜਾਊਗਾ। ਇਹ ਗੱਲ ਹੈ। ਸੋ ਦੋਨੋਂ ਚੀਜ਼ਾਂ ਹੈ। ਔਰ ਸਿਰਫ ਕਨਫਿਊਜ਼ਨ, ਅਗਰ ਤੁਸੀਂ 1 ਮਿੰਟ ਲਈ ਆਪਣੇ ਦਿਮਾਗ ਦੇ ਉੱਤੇ ਥੋੜ੍ਹਾ ਜਿਹਾ ਸੋਚੋਗੇ ਕਿ ਮੇਰਾ ਗੁਰੂ ਕੋਈ ਇੱਕ ਚਿੱਟੀ ਦਾੜੀ ਵਾਲਾ ਆਸਮਾਨ ਦੇ ਵਿੱਚ ਬੈਠਾ ਹੋਇਆ ਵਿਅਕਤੀ ਨਹੀਂ ਹੈ, ਮੇਰਾ ਗੁਰੂ ਸ਼ਬਦ ਹੈ, ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਸੋ ਇਹਨੂੰ ਥੋੜ੍ਹਾ ਜਿਹਾ ਹੋਰ ਅਗਰ ਕਲੀਅਰ ਕਰੀਏ ਤਾਂ ਗੁਰੂ ਮਹਾਰਾਜ ਕਹਿੰਦੇ ਨੇ, ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰਦੁਆਰੇ ਪਾਏ, ਹੈ ਨਾ। ਹੁਣ ਇਹ ਦੋਨੋਂ ਹੀ ਚੀਜ਼ਾਂ ਨੇ। ਗੁਰਦੁਆਰੇ ਕੇ ਗੁਰੂ ਦੇ ਦੁਆਰਾ ਪਾਈ ਜਾਂਦੀ ਹੈ, ਉਸ ਦੇਣ ਵਾਲੇ ਦੇ ਹੱਥ ਦਾਤ ਹੈ ਗੁਰੂ ਦੇ ਦੁਆਰਾ ਪਾਈ ਜਾਂਦੀ ਹੈ। ਔਰ ਗੁਰਦੁਆਰੇ ਪਾਏ ਮਤਲਬ ਜਦੋਂ ਉਹ ਉਸ ਗੇਟਵੇ ਦੇ ਅੰਦਰ ਗਿਆ ਮੈਂ, ਫੇਰ ਹੀ ਤਾਂ ਪਾਊਂਗਾ ਨਾ। ਔਰ ਪਾਊਂਗਾ ਕਿਹਦੇ ਥਰੂ? ਉਸੇ ਸ਼ਬਦ ਗੁਰੂ ਦੇ ਥਰੂ। ਸੋ ਇਹ ਦੋਨੋਂ ਹੀ ਚੀਜ਼ਾਂ ਨੇ, ਸਾਨੂੰ ਇਹ ਸਮਝਣਾ ਪਊਗਾ। ਇਟ ਇਜ਼ ਨਾਟ ਕਨਫਿਊਜ਼ਿੰਗ ਐਟ ਆਲ। ਅਗਲੀ ਮੈਂ ਇੱਕ ਤੁਕ ਜਿਹੜੀ ਆ ਉਹ ਜ਼ਰੂਰੀ ਬੋਲੂੰਗੀ ਔਰ ਇਹਦੇ ਨਾਲ ਥੋੜਾ ਜਿਹਾ ਹੋਰ ਕਲੀਅਰ ਹੋ ਜਾਊਗਾ। ਭਾਂਡਾ ਹਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਤੋਤਾ ਹਛਾ ਨਾ ਹੋਏ ਸੀ, ਗੁਰਦੁਆਰੇ ਹੋਏ ਸੋਝੀ ਪਾਈ ਸੀ, ਇਤ ਦੁਆਰੇ ਧੋਏ ਹਛਾ ਹੋਈ ਸੀ। ਹੁਣ ਇਹ ਧਿਆਨ ਨਾਲ ਸਮਝੀਏ ਆਪਾਂ ਕਿ ਕਿਹੜੇ ਦੁਆਰ ਦੀ ਗੱਲ ਕੀਤੀ ਹੈ। ਇਤ ਦੁਆਰੇ
ਧੋਏ ਕਿ ਜਿਹੜਾ ਭਾਂਡਾ मतलब ਇਹ शरीर है ना कि ਇਹ ਜੇ ਤੂੰ ਭਾਵੇਂ ਤਾਂ ਫਿਰ ਇਹ ਚੰਗਾ ਹੋ ਸਕਦਾ ਹੈ ਨਾ ਇਹ ਜਿਹੜਾ ਮਲੀਨ ਭਾਂਡਾ ਫਿਰ ਚੰਗਾ ਹੋ ਸਕਦਾ ਔਰ ਭਾਂਡਾ ਅਤ ਮਲੀਨ ਜਿੰਨਾ ਮਰਜ਼ੀ ਇਹਨੂੰ ਨਹਾਈ ਧੋਈ ਚੱਲੋ ਇਹ ਚੰਗਾ ਨਹੀਂ ਹੋਣਾ ਉਸ ਦੀ ਰਜ਼ਾ ਤੋਂ ਬਿਨਾ ਹੈ ਨਾ ਗੁਰਦੁਆਰੇ ਹੋਏ ਸੋਝੀ ਪਾਈ ਸੀ ਔਰ ਗੁਰਦੁਆਰੇ ਹੋ ਕੇ ਸਾਨੂੰ ਕਿਉਂਕਿ ਹੁਣ ਇਹਦੇ ਵਿੱਚ ਦੋਵੇਂ ਗੱਲਾਂ ਕਿ ਗੁਰੂ ਜਦੋਂ ਅਸੀਂ ਗੁਰਦੁਆਰੇ ਦੀ ਗੱਲ ਕਰਦੇ ਹਾਂ ਕਿ ਉੱਥੇ ਜਿੱਥੇ ਸ਼ਬਦ ਦਾ ਪ੍ਰਚਾਰ ਹੈ ਉੱਥੇ ਜਿੱਥੇ ਸ਼ਬਦ ਦੀ ਗੱਲ ਹੈ ਉਸ ਸ਼ਬਦ ਤੱਕ ਪਹੁੰਚਣ ਦੇ ਲਈ ਤੁਹਾਡੇ ਕਿਰਦਾਰ ਨੂੰ ਜਿਹੜਾ ਕਿਰਦਾਰੇ ਖਾਲਸਾ ਹੈ ਉਸ ਨੂੰ ਕੰਸਟਰਕਟ ਕਰਨ ਦੀ ਗੱਲ ਹੈ ਉਸ ਜਗ੍ਹਾ ਤੇ ਜਾ ਕੇ ਕਿਉਂਕਿ ਜਦੋਂ ਤੁਹਾਡੇ ਅੰਦਰ ਵੈਰ ਨਹੀਂ ਰਿਹਾ ਤੁਹਾਡੇ ਅੰਦਰ ਭੈ ਨਹੀਂ ਰਿਹਾ ਤੁਸੀਂ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੇ ਸਿਧਾਂਤ ਦੇ ਉੱਤੇ ਆ ਗਏ ਉੱਥੇ ਜਾ ਕੇ ਤੁਹਾਡਾ ਭਾਂਡਾ ਜਿਹੜਾ ਉਹ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਿਹੜਾ ਕਾਸਾ ਹੁੰਦਾ ਨਾ ਉਹਦੇ 'ਚ ਉਨੀ ਕੀ ਚੀਜ਼ ਪੈ ਸਕਦੀ ਜਿੰਨੀ ਉਹਦੀ ਹੋਲਡ ਕਰਨ ਦੀ ਕੈਪੈਸਿਟੀ ਹੋਵੇ ਤੇ ਜਿਹੜਾ ਸ਼ਬਦ ਗੁਰੂ ਹੈ ਉਸ ਦੀ ਰਹਿਮਤ ਉਹ ਕਿੰਨੀ ਵੱਡੀ ਹੋਊਗੀ ਉਸ ਨੂੰ ਪਾਉਣ ਦੇ ਲਈ ਉਸ ਸੁਪਰੀਮ ਬੀਇੰਗ ਦੇ ਵਿੱਚ ਇੱਕਮਿਕ ਹੋ ਜਾਣ ਦੇ ਲਈ ਇਸ ਭਾਂਡੇ ਨੂੰ ਕਿੰਨਾ ਖੁੱਲਾ ਕਿੰਨਾ ਵਿਸ਼ਾਲ ਹੋਣਾ ਪਊਗਾ ਔਰ ਜਦੋਂ ਉਸ ਵਿਸ਼ਾਲਤਾ ਵੱਲ ਆਪਾਂ ਜਾਵਾਂਗੇ ਤਾਂ ਬਕਾਇਦਾ ਸਾਨੂੰ ਇੱਕ ਸੋਝੀ ਦੀ ਲੋੜ ਪਊਗੀ ਕਿ ਜਾਈਏ ਕਿੱਦਾਂ ਕਿਉਂਕਿ ਅਕਸਰ ਇਹ ਸਵਾਲ ਮੈਨੂੰ ਆਉਂਦਾ ਕਿ ਸ਼ਬਦ ਗੁਰੂ ਦੀ ਗੱਲ ਤਾਂ ਆਪਾਂ ਕਰਦੇ ਹਾਂ ਪਰ ਸ਼ਬਦ ਗੁਰੂ ਨੂੰ ਪਾਉਣਾ ਕਿੱਦਾਂ ਤੇ ਸ਼ਬਦ ਗੁਰੂ ਨੂੰ ਪਾਉਣ ਦੇ ਸਟੈਪ ਬਾਏ ਸਟੈਪ ਜਿਹੜਾ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡੀ ਜਿਹੜੀ ਤਿਆਰੀ ਹੋਈ ਹੈ ਸਾਨੂੰ ਸਟੈਪ ਬਾਏ ਸਟੈਪ ਉਹਦੇ ਉੱਤੇ ਚੱਲਣਾ ਪਊਗਾ ਉਹ ਸਾਡੀ ਡਾਇਰੀ ਹੈ ਕਿ ਆ ਟਿਕ ਮਾਰਕ ਕਰ ਲਓ ਜਦੋਂ ਸਾਡੇ ਅੰਦਰ ਨਿਰਵੈਰਤਾ ਆ ਗਈ ਟਿਕ ਕਰ ਲਿਓ ਨਿਰਭਉ ਹੋ ਗਏ ਟਿਕ ਕਰ ਲਿਓ ਔਰ ਆਪਣੇ ਆਪ ਹੀ ਅਸੀਂ ਜਦੋਂ ਇੱਕ ਲੈਵਲ ਤੇ ਪਹੁੰਚ ਜਾਾਂਗੇ ਜਦੋਂ ਸਾਡਾ ਗੁਰੂ ਸਾਨੂੰ ਕਹੂਗਾ ਕਿ ਮੈਨੂੰ 5 ਸਿਰ ਚਾਹੀਦੇ ਆ ਤੇ ਅਸੀਂ ਕਹਾਂਗੇ ਮੇਰਾ ਸਿਰ ਤਿਆਰ ਹੈ ਬਿਨਾਂ ਕਿਸੇ ਸ਼ਰਤ ਦੇ ਉਸ ਦਿਨ ਅਸੀਂ ਖਾਲਸਾ ਬਣਾਂਗੇ ਸੋ ਇਹ ਗੱਲਾਂ ਹੈਗੀਆਂ ਸੋ ਇਸ ਕਰਕੇ ਇਹਨੂੰ ਕਨਫਿਊਜ਼ ਨਾ ਕਰੋ ਕਨਫਿਊਜ਼ਨ ਦਾ ਮੈਂ ਫੇਰ ਬੋਲ ਰਹੀ ਹਾਂ ਕਿ ਰੀਜ਼ਨ ਸਿਰਫ ਇੱਕ ਹੈ ਉਹ ਰੀਜ਼ਨ ਇਹ ਹੈ ਕਿ ਸਾਨੂੰ ਜਿਹੜਾ ਸਾਡੀ ਜਿਹੜੀ ਪ੍ਰੋਬਲਮ ਹੈ ਕਿ ਸਾਨੂੰ ਫੋਟੋਆਂ ਬਣਾ ਕੇ ਦੇ ਦਿੱਤੀਆਂ ਕਿ ਆਹ ਗੁਰੂ ਨਾਨਕ ਹੈ ਆਹ ਗੁਰੂ ਗੋਬਿੰਦ ਸਿੰਘ ਹੈ ਔਰ ਸਾਨੂੰ ਇਹੀ ਲੱਗਣ ਲੱਗ ਗਿਆ ਕਿ ਇਹੀ ਫੋਟੋਆਂ ਹੀ ਸਾਡੇ ਗੁਰੂ ਨੇ ਫੋਟੋਆਂ ਇੱਕ ਕਲਚਰਲ ਰਿਪਰੈਜ਼ੈਂਟੇਸ਼ਨ ਹੁੰਦੀਆਂ ਨੇ ਪਰ ਉਹਨਾਂ ਅੱਗੇ ਧੂਫ ਬੱਤੀ ਕਰਨ ਲੱਗ ਜਾਣਾ ਉਹ ਸਾਡਾ ਗਲਤ ਹੈ ਮੈਨੂੰ ਪਤਾ ਕਿ ਤੁਸੀਂ ਕਰਦੇ ਵੀ ਨਹੀਂ ਹੋਵੋਗੇ ਬਟ ਮੈਂ ਸਿਰਫ ਇੱਕ ਗੱਲ ਕਹਿ ਰਹੀ ਹਾਂ ਕਿ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਗਈ ਹੈ ਕਿ ਸਾਡਾ ਗੁਰੂ ਕੋਈ ਕਿਤੇ ਕੋਈ ਇੱਕ ਇਨਸਾਨ ਬੈਠਾ ਹੋਇਆ ਪਰ ਐਸੀ ਗੱਲ ਨਹੀਂ ਹੈ ਸਾਡਾ ਗੁਰੂ ਸਾਡਾ ਪਰਮਾਤਮਾ ਜਿਹੜਾ ਅਕਾਲ ਪੁਰਖ ਜਿਸ ਅਕਾਲ ਪੁਰਖ ਦੀ ਗੱਲ ਅਸੀਂ ਕਰਦੇ ਹਾਂ ਉਸਤਤ ਅਸੀਂ ਕਰਦੇ ਹਾਂ ਉਹ ਹੈਵਨ ਔਰ ਹੈਲ ਤੋਂ ਬਾਹਰ ਆ ਉਹ ਹੈਵਨ ਦੀ ਗੱਲ ਨਹੀਂ ਕਰਦਾ ਹੈ ਨਾ ਉਹ ਸਵਰਗ ਨਰਕ ਦੀ ਗੱਲ ਨਹੀਂ ਕਰਦਾ ਉਹ ਕੁਝ ਹੋਰ ਗੱਲ ਕਰਦਾ ਉਹ ਸਵਰਗ ਵਿੱਚ ਵੀ ਨਰਕ ਵਿੱਚ ਵੀ ਉਹ ਸਰਬ ਵਿਆਪਕ ਹੈ ਉਹ ਔਰ ਇਹ ਆਪਣੇ ਆਪ 'ਚ ਇੱਕ ਵੱਖਰੀ ਔਰ ਲੰਬੀ ਚੌੜੀ ਡਿਬੇਟ ਹੈ ਖੈਰ ਅੱਜ ਦਾ ਜਿਹੜਾ ਇਹ ਮੈਨੂੰ ਲੱਗਾ ਕਿ ਇਹ ਇੰਪੋਰਟੈਂਟ ਆ ਕਿਉਂਕਿ ਅਗਰ ਇਹ ਵੀ ਵਿੱਚੇ ਰਹਿ ਜਾਂਦਾ ਤਾਂ ਫਿਰ ਹੋਰ ਪ੍ਰੋਬਲਮ ਕ੍ਰੀਏਟ ਹੋਣੀ ਸੀ ਕਿਉਂਕਿ ਕਨਫਿਊਜ਼ਨ ਨਹੀਂ ਰਹਿਣੀ ਚਾਹੀਦੀ ਇਸ ਕਰਕੇ ਇਸ ਐਪੀਸੋਡ ਨੂੰ ਵੀ ਮੈਂ ਸਾਰੇ ਨੂੰ ਹੀ ਇਹਦੇ ਉੱਤੇ ਲਗਾ ਦਿੱਤਾ ਪਰ ਮੈਨੂੰ ਲੱਗਦਾ ਹੈ ਕਿ ਇਹ ਇੰਪੋਰਟੈਂਟ ਸੀਗਾ ਜਿਹੜਾ ਤੁਹਾਡਾ ਝੱਟ ਸਾਹਿਬ ਜਿਹੜਾ ਇੱਕ ਤੁਹਾਡਾ ਕੁਐਸਚਨ ਸੀਗਾ ਐਂਡ ਆਮ ਥੈਂਕਫੁਲ ਕਿ ਤੁਸੀਂ ਮੈਨੂੰ ਉਹ ਜਿਹੜੀ ਈਮੇਲ ਹੈ ਦੁਬਾਰਾ ਫਾਰਵਰਡ ਕੀਤੀ ਉਹਦੇ ਵਿੱਚ ਤੁਸੀਂ ਗੱਲ ਕੀਤੀ ਹੈ ਔਰ ਬੜੀ ਇੰਪੋਰਟੈਂਟ ਗੱਲ ਆ ਕਿਉਂਕਿ ਜਿਹੜੀ ਰੁਮਾਲਿਆਂ ਦੀ ਗੱਲ ਸੀਗੀ ਨਾ ਤੁਸੀਂ ਕਿਹਾ ਸੀਗਾ ਆਈ ਹੈਵ ਸਮ ਕੁਐਸਚਨਸ ਐਂਡ ਆਲਵੇਜ਼ ਆਸਕਿੰਗ ਫॉर ਸਮਵਨ ਹੂ ਕੈਨ ਐਕਸਪਲੇਨ them to me. I'm sincere believer of Guru Granth Sahib, but when we see some rituals which make you think that they weren't doing it, why they are doing it, every day we see morning and evening programs from Shri Darbar Sahib and see few rituals and force me to say that they are all unnecessary and looks like pakhand. One is why there are 7-fold rumalas when one is enough and all over the world only one is used. Secondly, why in all takhats they wash Guruji place with milk when we condemn Hindus of washing or pouring milk over shivling? They can be cleaned with water. Hope you don't mind me putting my questions to you. Of course I don't mind. Rather I'm thankful ਕਿ ਤੁਸੀਂ ਮੈਨੂੰ ਆਹ ਈਮੇਲ ਜਿਹੜੀ ਆ ਐਜ਼ ਇਟ ਇਜ਼ ਭੇਜੀ ਕਿਉਂਕਿ ਜਿਹੜੀ ਮੇਰੇ ਮਾਈਂਡ ਦੇ ਉੱਤੇ ਇੰਪ੍ਰੈਸ਼ਨ ਸੀਗਾ ਤੁਹਾਡੇ ਕੁਐਸਚਨ ਦਾ ਉਹ ਇੰਪ੍ਰੈਸ਼ਨ ਸੀਗਾ ਕਿ ਸ਼ਾਇਦ ਤੁਸੀਂ ਪੁੱਛਿਆ ਹੈ ਕਿ ਰੁਮਾਲੇ ਬਹੁਤ ਸਾਰੇ ਚੜਾਵਾ ਕਿਉਂ ਮਤਲਬ ਰੁਮਾਲੇ ਚੜਾਉਂਦੇ ਕਿਉਂ ਕਿਉਂਕਿ ਇਹੀ ਕੁਐਸਚਨਸ ਮੈਨੂੰ 2-3 ਵਾਰੀ ਹੋਰ ਵੀ ਕਿਸੇ ਦੇ ਆਏ ਹੋਏ ਆ ਕਿ ਜਿਹੜੇ ਆਪਾਂ ਰੁਮਾਲੇ ਚੜਾ ਦਿੰਦੇ ਆ ਫਿਰ ਉਹਨਾਂ ਨੂੰ ਜਾ ਕੇ ਬਾਬੇ ਜਿਹੜੇ ਆ ਉਹ ਕਿਤੇ ਹੋਰ ਸਿੱਟ ਦਿੰਦੇ ਆ ਜਾਂ ਸਮਥਿੰਗ ਉਹੋ ਜਿਹੇ ਕੁਐਸਚਨ ਮੈਨੂੰ ਲੱਗਾ ਸੀਗਾ ਕਿ ਸ਼ਾਇਦ ਤੁਹਾਡਾ ਇਹ ਕੁਐਸਚਨ ਹੈਗਾ ਤੁਸੀਂ ਇਹ ਭੇਜ ਕੇ ਮੈਨੂੰ ਵੀ ਕਲੈਰਿਟੀ ਦਿੱਤੀ ਕਿ ਕੁਐਸਚਨ ਹੈ ਕੀ ਆ ਸੋ ਆਮ ਥੈਂਕਫੁਲ ਟੂ ਯੂ ਹੁਣ ਜਿਹੜਾ ਇਹਦਾ ਆਨਸਰ ਹੈ ਨਾ ਚੱਜ ਸਾਹਿਬ ਉਹ ਆਨਸਰ ਕਿਉਂਕਿ
ਜਦ ਤੱਕ ਸਾਨੂੰ ਕਿਸੇ ਚੀਜ਼ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਤਾਂ ਉਸ ਬਾਰੇ ਪਤਾ ਕਰਨ ਤੋਂ ਬਾਅਦ ਹੀ ਉਹਦਾ ਜਵਾਬ ਦੇਣਾ ਚਾਹੀਦਾ। ਇਹ ਜਿਹੜੀ ਤੁਹਾਡੀ ਈਮੇਲ ਆ ਮੈਂ ਪਿਛਲੇ ਵੀਕ ਦੇਖ ਲਈ ਸੀਗੀ। ਮੈਂ ਸੇਮ ਕੁਐਸਚਨ 2-3 ਜਗ੍ਹਾ ਦੇ ਉੱਤੇ ਫਾਰਵਰਡ ਕੀਤਾ ਆ ਕਿ ਕਿਉਂ ਆ, ਹੈ ਨਾ, ਜਿਹੜੇ ਦਰਬਾਰ ਸਾਹਿਬ ਦੀ ਰਹਿਤ ਮਰਿਆਦਾ ਬਾਰੇ ਜਾਣਦੇ ਨੇ। ਮੈਨੂੰ ਹਜੇ ਉਹਨਾਂ ਦਾ ਕੋਈ ਰਿਪਲਾਈ ਆਇਆ ਨਹੀਂ, ਬਟ ਆਮ ਸ਼ੋਰ ਕਿ ਅਗਲਾ ਜਿਹੜਾ ਜਦੋਂ ਆਪਾਂ, ਕਿਉਂਕਿ ਨੈਕਸਟ ਵੀਕ ਤੋਂ ਤੇ ਆਪਾਂ ਫਿਰ ਮੇਨ ਸਟਰੀਮ ਜਿਹੜੇ ਗੁਰੂ, ਕਿਉਂਕਿ ਨੈਕਸਟ ਗੁਰੂ ਪਾਤਸ਼ਾਹ ਦੀ ਆਪਾਂ ਗੱਲ ਕਰਨੀ ਸ਼ੁਰੂ ਕਰਨੀ ਆ, ਤਾਂ ਉਹ ਮੇਨ ਸਟਰੀਮ ਐਪੀਸੋਡਸ ਚੱਲ ਪੈਣਗੇ। ਪਰ ਉਸ ਤੋਂ ਬਾਅਦ ਜਿਹੜਾ ਕੁਐਸਚਨ ਆਨਸਰ ਸੀਰੀਜ਼ ਹੋਊਗੀ ਫਿਰ ਤੋਂ 2 ਐਪੀਸੋਡ ਆਪਾਂ ਕਰਾਂਗੇ ਔਰ ਦੋਨਾਂ ਵਿੱਚ ਸਿਰਫ ਤੁਹਾਡੇ ਹੀ ਕੁਐਸਚਨ ਲਏ ਜਾਣਗੇ। ਆਮ ਸ਼ੋਰ ਕਿ ਉਦੋਂ ਤੱਕ ਮੈਨੂੰ ਇਹਦਾ ਜਵਾਬ ਮਿਲ ਚੁੱਕਾ ਔਰ ਉਸ ਸਮੇਂ ਮੈਂ ਇਹ ਜਵਾਬ ਜਿਹੜਾ ਹੈ ਫਿਰ ਤੁਹਾਡੇ ਨਾਲ ਸਾਂਝਾ ਕਰੂੰਗੀ। ਅਗਰ ਮੈਨੂੰ ਉਹਨਾਂ ਦਾ ਜਵਾਬ ਨਾ ਮਿਲਿਆ ਤਾਂ ਆਪਾਂ ਇਹ ਮੈਂ ਹੁਣ ਵੀ ਇਸੇ ਮਾਧਿਅਮ ਦੇ ਥਰੂ ਇਹ ਜਿਹੜਾ ਸਵਾਲ ਹੈ ਪੂਰੀ ਸੰਗਤ ਨੂੰ ਦਿੰਨੀ ਆ ਕਿ ਚੱਜ ਸਾਹਿਬ ਦਾ ਕੁਐਸਚਨ ਹੈ ਕਿ ਜਿਹੜੇ ਦਰਬਾਰ ਸਾਹਿਬ ਦੇ ਵਿੱਚ 7 ਫੋਲਡ ਵਾਲੇ ਰੁਮਾਲੇ ਆ ਉਹ ਕਿਉਂ ਹੁੰਦੇ ਆ। ਅਗਰ ਆਪ ਜੀ ਦੇ ਵਿੱਚੋਂ ਕਿਸੇ ਨੂੰ ਵੀ ਇਸ ਦਾ ਜਵਾਬ ਸਟੀਕ ਤਰੀਕੇ ਨਾਲ ਪਤਾ ਤਾਂ ਜ਼ਰੂਰ ਲਿਖਿਓ ਜੇ ਮੈਨੂੰ, ਤਾਂ ਕਿ ਆਪਾਂ ਚੱਜ ਸਾਹਿਬ ਦਾ ਜਵਾਬ ਦੇ ਸਕੀਏ। ਮੈਂ ਕਿਸੇ ਵੀ ਚੀਜ਼ ਨੂੰ ਮੇਰੀ ਇਹ ਪ੍ਰੋਬਲਮ ਲਾ ਲਓ, ਡਿਸਐਡਵਾਂਟੇਜ ਲਾ ਲਓ, ਪਰ ਜੋ ਵੀ, ਮੈਂ ਕਦੀ ਕਿਸੇ ਵੀ ਚੀਜ਼ ਨੂੰ ਪਖੰਡ ਨਹੀਂ ਕਹਿੰਦੀ ਹੁੰਦੀ ਜਦ ਤੱਕ ਮੈਂ ਉਸ ਬਾਰੇ ਚੰਗੀ ਤਰ੍ਹਾਂ ਸਮਝ ਨਾ ਲਵਾਂ, ਜਦ ਤੱਕ ਮੈਨੂੰ ਸਮਝ ਨਾ ਲੱਗ ਜਾਏ ਕਿ ਇਹ ਇੱਦਾਂ ਹੀ ਆ। ਗੁਰੂ ਨਾਨਕ ਪਾਤਸ਼ਾਹ ਜਦੋਂ ਜਗਨਨਾਥਪੁਰੀ ਜਾਂਦੇ ਨੇ ਤੇ ਉਹ ਉਹਨਾਂ ਦਾ ਸੂਰਜ ਨੂੰ ਜਲ ਚੜਾਉਣਾ ਜਿਹੜਾ ਉਹਦਾ ਵਿਰੋਧ ਕਰਦੇ ਨੇ। ਮੈਂ ਬਹੁਤ ਲੰਬੇ ਸਮੇਂ ਤੱਕ ਇਹੀ ਸੋਚਦੀ ਰਹੀ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਪ੍ਰੋਬਲਮ ਸੀ, ਔਰ ਬਕਾਇਦਾ ਮੈਂ ਜਦੋਂ ਤੱਕ ਉਹਨਾਂ ਦਾ ਜਿਹੜਾ ਜਲ ਚੜਾਉਣ ਦੀ ਵਿਧੀ ਹੈ, ਉਹਨਾਂ ਦੇ ਮੰਤਰ ਨੇ ਜਦੋਂ ਉਹ ਜਲ ਚੜਾਉਂਦੇ ਨੇ, ਜਦ ਤੱਕ ਉਹ ਸਾਰੇ ਪੜ੍ਹੇ ਨਹੀਂ, ਸਮਝੇ ਨਹੀਂ, ਔਰ ਉਸ ਤੋਂ ਬਾਅਦ ਮੈਂ ਇਸ ਚੀਜ਼ ਨਾਲ ਕਨੈਕਟ ਨਹੀਂ ਕੀਤਾ ਕਿ ਗੁਰੂ ਮਹਾਰਾਜ ਨੂੰ ਕੀ ਪ੍ਰੋਬਲਮ ਸੀ, ਤਦ ਤੱਕ ਮੈਂ ਉਸ ਚੀਜ਼ ਨੂੰ ਪਖੰਡ ਕਹਿਣਾ ਨਹੀਂ ਸ਼ੁਰੂ ਕੀਤਾ ਸੀ। ਸੋ ਇਹ ਮੇਰੀ ਆਪਣੀ ਇੱਕ ਪ੍ਰੋਬਲਮ ਹੈ ਕਿ ਮੈਂ ਹਮੇਸ਼ਾ ਜਦੋਂ ਵੀ ਕਿਸੇ ਚੀਜ਼ ਨੂੰ ਮੈਂ ਪਖੰਡ ਜਾਂ ਨਾ ਪਖੰਡ ਦੇ ਵਿੱਚ ਕੈਟਾਗਰਾਈਜ਼ ਕਰਨਾ ਹੁੰਦਾ ਤਾਂ ਫਿਰ ਪਹਿਲਾਂ ਮੈਂ ਉਹਦੇ ਬਾਰੇ ਜਾਣਦੀ ਹੁੰਦੀ ਹਾਂ। ਮੈਂ ਜਸਟ ਔਨ ਲੁਕਿੰਗ ਕਿਸੇ ਉੱਤੇ ਕੋਈ ਟਿੱਪਣੀ ਨਹੀਂ ਕਰਦੀ। ਸੋ ਇਹ ਜਿਹੜਾ ਕੁਐਸਚਨ ਹੈ ਤੁਹਾਡਾ ਬੜਾ ਇੰਪੋਰਟੈਂਟ ਕੁਐਸਚਨ ਹੈ, ਮੈਂ ਭੇਜ ਚੁੱਕੀ ਹਾਂ ਅੱਗੇ। ਆਮ ਸ਼ੋਰ ਸਾਨੂੰ ਆਨਸਰ ਮਿਲ ਜਾਣਗੇ ਐਂਡ ਦ ਮੋਮੈਂਟ ਸਾਨੂੰ ਆਨਸਰ ਮਿਲਦੇ ਆ ਮੈਂ ਤੁਹਾਨੂੰ ਅਗਲੇ ਜਿਹੜਾ ਆਪਣਾ ਕੁਐਸਚਨ ਆਨਸਰ ਹੋਊਗਾ ਉਹਦੇ 'ਚ ਗੱਲ ਲਾਉਂਗੀ। ਮੈਨੂੰ ਪਤਾ ਕਿ ਤੁਹਾਡਾ ਇੱਕ ਹੋਰ ਕੁਐਸਚਨ ਸੀਗਾ ਲੰਗਰ ਦੇ ਉੱਤੇ, ਪਰ ਅੱਜ ਆਪਣੇ ਕੋਲ ਟਾਈਮ ਜਿਹੜਾ ਹੈ ਉਹ ਬਚਿਆ ਨਹੀਂ। ਮੈਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਤੁਹਾਡੇ ਕੋਲੇ। ਕੋਸ਼ਿਸ਼ ਮੇਰੀ ਇਹੀ ਸੀਗੀ ਕਿ ਇਹ ਕੁਐਸਚਨ ਜਿਹੜਾ ਹੈਗਾ ਮੈਂ ਅੱਜ ਹੀ ਤੁਹਾਡਾ ਇਹਦੇ ਬਾਰੇ ਗੱਲ ਕਰਾਂ, ਬਟ ਇਸ ਤੋਂ ਪਹਿਲਾਂ ਜਿਹੜਾ, ਕਿਉਂਕਿ ਤੁਸੀਂ ਇੱਕ ਵਰਡ ਲਿਖ ਦਿੱਤਾ ਇਟ ਇਜ਼ ਕਨਫਿਊਜ਼ਿੰਗ, ਔਰ ਇਹ ਵਰਡ ਆਪਣੇ ਆਪ ਵਿੱਚ ਬੜਾ ਪਾਵਰਫੁਲ ਵਰਡ ਹੈ, ਕਿਉਂਕਿ ਇਫ ਇਟ ਇਜ਼ ਕਨਫਿਊਜ਼ਿੰਗ ਟੂ ਯੂ, ਅਗਰ ਤੁਹਾਨੂੰ ਇਹ ਕਨਫਿਊਜ਼ ਕਰ ਰਿਹਾ ਹੈ, ਆਈ ਐਮ ਸ਼ੋਰ ਕਿ ਬਹੁਤ ਸਾਰੇ ਹੋਰ ਜਿਹੜੇ ਸੰਗਤ ਜਿਹੜੇ ਮੇਰੇ ਨਾਲ ਜੁੜੇ ਨੇ, ਜਿਹੜੀ ਗੱਲ ਸੁਣਦੇ ਨੇ, ਉਹਨਾਂ ਨੂੰ ਵੀ ਕਨਫਿਊਜ਼ ਕਰਦਾ ਹੋਊਗਾ। ਐਂਡ ਸੰਗਤ ਦੇ ਵਿੱਚੋਂ ਕਿਸੇ ਨੂੰ ਮੇਰੇ ਕਰਕੇ ਕੋਈ ਕਨਫਿਊਜ਼ਨ ਪੈਦਾ ਹੋਵੇ, ਇਹ ਮੈਂ ਬਿਲਕੁਲ ਨਹੀਂ ਬਰਦਾਸ਼ਤ ਕਰ ਸਕਦੀ, ਕਿਉਂਕਿ ਆਲਰੇਡੀ ਬੜੀਆਂ ਕਨਫਿਊਜ਼ਨਸ ਨੇ ਐਂਡ ਆਈ ਡੋਂਟ ਵਾਂਟ ਟੂ ਐਡ ਅਪ ਇਨਟੂ ਅ ਕਨਫਿਊਜ਼ਨਸ, ਹੈ ਨਾ। ਮੈਂ ਜਿਹਨੂੰ ਕਹਿੰਦੇ ਨਾ ਕਿ ਜ਼ਖਮ ਨੂੰ ਖੁੱਲ੍ਹਾ ਛੱਡ ਦਿਓ, ਤਾਂ ਉਹ ਇੱਦਾਂ ਨਹੀਂ ਮੈਂ ਕਰਨਾ ਚਾਹੁੰਦੀ। ਆਈ ਵਾਂਟਡ ਕਿ ਇਹਦਾ ਪ੍ਰੋਪਰ ਕਲੋਜ਼ਰ ਹੋਵੇ। ਜੋ ਮੈਂ ਕਹਿਣਾ ਚਾਹੁੰਦੀ ਸੀ, ਜੋ ਕਨਫਿਊਜ਼ਨ ਸੰਗਤ ਦੇ ਵਿੱਚ ਆ ਰਹੀਆਂ ਨੇ, ਉਹ ਕਲੀਅਰ ਹੋਣ। ਸੋ ਇਸ ਕਰਕੇ ਮੈਨੂੰ ਅੱਜ ਇਹਦੇ ਉੱਤੇ ਟਾਈਮ ਲਾਉਣਾ ਪਿਆ। ਆਪ ਜੀ ਨੂੰ ਅਗਰ ਤੁਹਾਡਾ ਟਾਈਮ ਖਰਾਬ ਹੋਇਆ ਹੋਏ, ਕਿਉਂਕਿ ਮੈਨੂੰ ਪਤਾ ਤੁਸੀਂ ਲਿਖਿਆ ਸੀਗਾ ਕਿ ਈਮੇਲ ਦੇ ਵਿੱਚ ਤੁਸੀਂ ਲਿਖਿਆ ਸੀ, ਤੁਹਾਨੂੰ ਪਤਾ ਹੈ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਸਵਾਲ ਜਵਾਬ 'ਤੇ ਹੀ ਸੀਗਾ। ਤਾਂ ਅਗਰ ਤੁਹਾਨੂੰ ਲੱਗੇ ਕਿ ਤੁਹਾਡਾ ਟਾਈਮ ਖਰਾਬ ਹੋਇਆ, ਆਈ ਐਮ ਸੋ ਸੌਰੀ, ਬਟ ਮੈਂ ਜ਼ਰੂਰ ਤੁਹਾਡੇ ਇਹਨਾਂ ਜਿਹੜੇ ਕੁਐਸਚਨਸ ਉਹਨਾਂ ਦਾ ਜਵਾਬ ਦਊਂਗੀ ਅਗਲੀ ਕੁਐਸਚਨ ਆਨਸਰ ਸੀਰੀਜ਼ ਦੇ ਵਿੱਚ। ਅਗਲੇ ਹਫਤੇ ਨਹੀਂ, ਬਟ ਨੈਕਸਟ ਜਿਹੜੀ ਕੁਐਸਚਨ ਆਨਸਰ ਸੀਰੀਜ਼ ਹੋਊਗੀ ਉਹ 'ਚ ਲੰਗਰ ਦਾ ਜਵਾਬ ਮੈਂ ਪਹਿਲਾਂ ਦੇ ਦੂੰਗੀ, ਔਰ ਤਦ ਤੱਕ ਮੈਨੂੰ ਸ਼ੋਰ ਆ ਕਿ ਇਹਦਾ ਜਵਾਬ ਵੀ ਆਪਣੇ ਕੋਲ ਆ ਜਾਊਗਾ। ਮੈਂ ਆਪ ਵੀ ਮਿਹਨਤ ਕਰੂੰਗੀ, ਆਪ ਵੀ ਪੜ੍ਹਨ ਦੀ ਕੋਸ਼ਿਸ਼ ਕਰੂੰਗੀ ਕਿ ਇਹਦਾ ਰੀਜ਼ਨ ਕੀ ਆ, ਤਾਂ ਫਿਰ ਆਪਾਂ ਉਹਦੇ ਵਿੱਚ ਉਹਦਾ ਵੀ ਮੈਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੀ। ਅੱਜ ਦੀਆਂ ਮੇਰੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਕਿਸੇ ਦੇ ਵੀ ਦਿਲ ਨੂੰ ਮੇਰੇ ਕਿਸੇ ਵੀ ਬੋਲ ਦੇ ਕਰਕੇ ਕੋਈ ਚੋਟ ਲੱਗੀ ਹੋਵੇ ਤਾਂ ਮੈਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਆਪਾਂ। ਫਾਈਨਲ ਜਿਹੜੇ ਮੇਨ ਸਟਰੀਮ ਜਿਹੜੇ ਆਪਣੇ ਐਪੀਸੋਡਸ ਨੇ, ਆਪਾਂ ਉਹਨਾਂ ਦੇ ਵਿੱਚ ਹੀ ਕੁਐਸਚਨ ਆਨਸਰਸ ਨਹੀਂ, ਬਟ ਰੈਗੂਲਰ ਕੁਐਸਚਨਸ ਨੂੰ ਰੈਗੂਲਰ ਐਪੀਸੋਡ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ। ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।